ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਚਰਚਾ ਦੇ ਵਿੱਚ ਸਵਾਗਤ। ਗਹਿਮਾ ਗਹਿਮੀ ਹੈ ਕਿ 2024 ਦੀਆਂ ਇਲੈਕਸ਼ਨਸ ਦੇ ਵਿੱਚ ਕੀ ਹੋਣ ਵਾਲਾ ਹੈ, ਕਿਉਂਕਿ ਹੁਣ ਇਹ ਚਰਚਾ ਬਹੁਤ ਜ਼ਿਆਦਾ ਮਗੀ ਹੋਈ ਹੈ। ਇਸ ਸਾਲ ਅਸੀਂ G20 ਵੀ ਹੋਸਟ ਕਰਨ ਜਾ ਰਹੇ ਹਾਂ, ਇਹ ਵੀ ਇੱਕ ਗੱਲ ਹੈ। ਨਾਲ ਦੋ ਤਿੰਨ ਹੋਰ ਤਾਜ਼ਾ ਖਬਰਾਂ ਆਈਆਂ ਜਿਹਦੀ ਅਸੀਂ ਕਈ ਵਾਰ ਚਰਚਾ ਕਰ ਚੁੱਕੇ ਹਾਂ ਕਿ ਉਹਨਾਂ ਦਾ ਕੀ ਇਲੈਕਸ਼ਨਸ ਦੇ ਉੱਤੇ ਅਸਰ ਪੈ ਸਕਦਾ ਹੈ। BBC ਡਾਕੂਮੈਂਟਰੀ, ਹਿੰਡਨਬਰਗ ਰਿਪੋਰਟ, ਉਸ ਤੋਂ ਇਲਾਵਾ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਕਿ ਉਹ RTI ਦੇ ਦਾਇਰੇ 'ਚ ਆਉਂਦਾ ਕਿ ਨਹੀਂ ਆਉਂਦਾ, ਉਹ ਸਰਕਾਰੀ ਹੈ ਕਿ ਨਹੀਂ ਹੈ, ਇਹ ਚੀਜ਼ਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਨੇ। ਸੋ ਕਈ ਹੋਰ ਪੁਆਇੰਟਸ ਵੀ ਨੇ, ਜਿਸ ਤਰ੍ਹਾਂ ਕਿ ਭਾਰਤ ਦੇ ਵਿੱਚ ਗਰੀਬੀ ਦਾ ਇੰਡੈਕਸ ਕੀ ਹੈ, ਬੇਰੁਜ਼ਗਾਰੀ ਕਿੱਥੇ ਖੜੀ ਹੈ, ਇਕਨੋਮੀ ਕਿੱਦਾਂ ਪਰਫਾਰਮ ਕਰ ਰਹੀ ਹੈ, ਤੇ ਨਵਾਂ ਬਜਟ ਜੋ ਆਇਆ ਹੈ ਉਹਦਾ ਕੀ ਇਫੈਕਟ ਹੋਣ ਵਾਲਾ ਹੈ। ਇਹ तमाम ਗੱਲਾਂ ਨੇ ਜੋ ਅਸੀਂ ਹਮੇਸ਼ਾ ਡਿਸਕਸ ਕਰਦੇ ਰਹਿੰਦੇ ਹਾਂ ਆਪਣੇ ਪਲੇਟਫਾਰਮ ਤੋਂ। ਅੱਜ ਅਸੀਂ BJP ਦੀ ਪਰਫਾਰਮੈਂਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ 2024 ਨੂੰ ਲੈ ਕੇ ਉਹਨਾਂ ਦੀ ਕੀ ਸਟ੍ਰੈਟਜੀ ਆ। ਕਿ BJP ਵਾਲੇ ਕਹਿੰਦੇ ਨੇ ਕਿ ਦੁਬਾਰਾ ਅਸੀਂ ਹੀ ਆਉਣਾ ਤੀਸਰੀ ਵਾਰ ਫਿਰ ਤੋਂ ਸੈਂਟਰ ਦੇ ਵਿੱਚ, ਕਿਉਂਕਿ ਸਾਡੀ ਕੋਈ ਓਪੋਜੀਸ਼ਨ ਨਹੀਂ, ਸਾਡੇ ਮੁਕਾਬਲੇ ਦੇ ਵਿੱਚ ਕੋਈ ਨਹੀਂ, ਕੋਈ ਕੰਪੀਟੀਸ਼ਨ ਦੇ ਵਿੱਚ ਨਹੀਂ ਹੈ। ਇਸ ਕਰਕੇ ਨਰਿੰਦਰ ਮੋਦੀ ਜੀ ਇੱਕ ਵਾਰ ਫਿਰ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ। ਇਹ BJP ਦੇ ਖੇਮੇ ਵਿੱਚੋਂ ਅਕਸਰ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਨੇ। ਸੋ ਪੰਜਾਬ ਦੇ ਵਿੱਚ ਕੀ ਹਾਲਾਤ ਨੇ, ਪੂਰੀ ਭਾਰਤ ਦੀ ਜੋ ਪੋਲੀਟੀਕਲ ਇੰਡਸਟਰੀ ਹੈ ਉਹਦੇ ਵਿੱਚ ਕੀ ਹਾਲਾਤ ਨੇ, ਕਿਉਂਕਿ ਪੋਲੀਟੀਕਲ ਇੰਡਸਟਰੀ ਅਸੀਂ ਕਹਾਂਗੇ ਜਿਸ ਤਰ੍ਹਾਂ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਨੇ, ਕਿਉਂਕਿ ਉਹਦੇ 'ਚ ਵੀ ਕੋਈ ਹੀਰੋ ਹੈ, ਕੋਈ ਹੀਰੋ ਨਹੀਂ ਹੈ। ਕਿਸੇ ਦਾ ਇੰਡੈਕਸ ਉੱਪਰ ਜਾ ਰਿਹਾ, ਕਿਸੇ ਦਾ ਇੰਡੈਕਸ ਥੱਲੇ ਆ ਰਿਹਾ, ਕਿਸੇ ਦੀ ਇਮੇਜ ਬਿਲਡਿੰਗ ਹੋ ਰਹੀ ਹੈ, ਕਿਸੇ ਦੀ ਇਮੇਜ ਖਰਾਬ ਹੋ ਰਹੀ ਹੈ ਤੇ ਕਿਸੇ ਦੀ ਇਮੇਜ ਖਰਾਬ ਕੀਤੀ ਜਾ ਰਹੀ ਹੈ, ਇਹ ਵੀ ਅਸੀਂ ਜਾਣਦੇ ਹਾਂ। ਸੋ ਗੱਲਬਾਤ ਕਰਨ ਵਾਸਤੇ ਸਟੂਡੀਓਜ਼ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਮਨਜੀਤ ਸਿੰਘ ਜੀ, ਪੋਲੀਟੀਕਲ ਐਨਾਲਿਸਟ। ਵੈਲਕਮ ਟੂ ਪੰਜਾਬ ਚਰਚਾ ਮਨਜੀਤ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਕੀ ਕਹਿੰਦੇ ਨੇ ਫਿਰ BJP ਵਾਲੇ ਕਿ 2024 ਚ ਅਸੀਂ ਫਿਰ ਤੋਂ ਆ ਰਹੇ ਹਾਂ ਤੇ ਮੋਦੀ ਜੀ ਫਿਰ ਤੋਂ ਪ੍ਰਾਈਮ ਮਿਨਿਸਟਰ ਆਫ ਇੰਡੀਆ ਬਣਨ ਜਾ ਰਹੇ ਨੇ? ਜੀ ਮਨਜੀਤ ਜੀ। ਦੇਖੋ ਸੰਜੀਵ ਜੀ, ਜੇ ਉਹ ਨਹੀਂ ਆਉਂਦੇ ਤੇ ਮੋਦੀ ਲਈ ਫਾਇਦਾ ਹੋਊਗਾ, BJP ਲਈ ਵੀ ਫਾਇਦਾ ਹੋਊਗਾ। ਜੇ ਉਹ ਤੀਸਰੀ ਵਾਰ ਸੱਤਾ 'ਚ ਆ ਜਾਂਦੇ ਆ, ਉਹ ਦੇਸ਼ ਲਈ, ਕੌਮ ਲਈ ਤੇ BJP ਲਈ ਵੀ ਡਿਜ਼ਾਸਟਰਸ ਹੋਊਗਾ। ਇਹ ਤੁਸੀਂ ਕਹੋਗੇ ਕਿ ਇਹ ਅਜੀਬ ਗੱਲ ਆ। ਗੱਲ ਇਹ ਅਜੀਬ ਨਹੀਂ ਹੈ। ਜੋ ਇੱਥੇ ਇਸ ਵੇਲੇ ਸਾਰੇ ਦੇਸ਼ 'ਚ ਹਿੰਦੂ ਰਾਸ਼ਟਰ ਦੀਆਂ ਕਿਲਕਲੀਆਂ ਵੱਜਦੀਆਂ ਨਜ਼ਰ ਆ ਰਹੀਆਂ, ਉਹ ਮੱਧ ਪ੍ਰਦੇਸ਼ ਦਾ ਯੰਗ ਜਿਹਾ ਇੱਕ ਕੋਈ ਸਾਧ ਹੈਗਾ, ਉਹਦਾ ਭਰਾ ਕੱਲ ਕਿਸੇ ਦਲਿਤ ਦੀ ਮੈਰਿਜ 'ਚ ਇੱਕ ਹੱਥ 'ਚ ਸਿਗਰਟ ਲਾਈ ਆ, ਇੱਕ ਹੱਥ 'ਚ ਦੇਸੀ ਕੱਟਾ ਲੈ ਕੇ ਜਾ ਵੜਿਆ ਤੇ ਬਦਮਗਜੀ ਕੀਤੀ। ਇਸ ਕਿਸਮ ਦੀ ਜਦੋਂ ਦੇਸ਼ ਦੇ ਅੰਦਰ ਹਾਲਾਤ ਹੋਊਗੀ ਕਿ ਤੁਸੀਂ ਰੋਜ਼ ਹਮਨ ਹੋ ਰਹੇ ਆ ਹਿੰਦੂ ਰਾਸ਼ਟਰ ਦੇ ਬਣਾਉਣ ਲਈ, ਉਹਨੇ ਵੀ 7 ਦਿਨ ਦਾ ਹਮਨ ਕੀਤਾ ਤੇ ਸਾਡੇ ਇੱਥੇ ਹਿੰਦੂ ਰਾਜ, ਹਿੰਦੂ ਰਾਸ਼ਟਰ ਇਹ ਚਾਹੀਦਾ। ਇੱਥੇ ਜਿਹੜੀਆਂ ਧਾਰਮਿਕ ਰਿਲੀਜੀਅਸ ਕੰਗਰੀਗੇਸ਼ਨਸ ਹੁੰਦੀਆਂ ਉਹਦੇ 'ਚ ਓਪਨਲੀ ਕਾਲ ਦਿੱਤੀਆਂ ਜਾਂਦੀਆਂ। ਇਹਦੇ ਨਾਲੋਂ ਵੱਧ ਕੀ ਹੋਊਗਾ ਕਿ ਦੋ ਮੁਸਲਿਮ ਲੜਕੇ ਜਿਹੜੇ ਕਿ ਅੱਜ ਦੀ ਅਖਬਾਰ ਦੇ ਵਿੱਚ ਖਬਰ ਆਈ ਹੈ, ਇੱਕ ਜੁਨੈਦ ਹੈ, ਇੱਕ ਹੋਰ ਆ, ਇੱਕ ਮੇਰਾ 28 ਸਾਲ ਦਾ ਸੀ, ਇੱਕ 35 ਸਾਲ ਦਾ ਸੀਗਾ, ਉਹਨਾਂ ਨੂੰ ਭਿਵਾਨੀ ਦੇ ਵਿੱਚ ਜਿੰਦਾ ਗੱਡੀ ਦੇ ਵਿੱਚ ਇਸ ਲਈ ਸਾੜ ਦਿੱਤਾ ਕਿਉਂਕਿ ਉਹਨਾਂ ਤੇ ਦੋਸ਼ ਲਾਤਾ ਕਿ ਇਹ ਕੌ ਦਾ ਵਪਾਰ ਕਰਦੇ ਆ, ਗਾਈਆਂ ਨੂੰ ਇੱਧਰ ਉੱਧਰ ਕਰਦੇ ਆ, ਜਦ ਕਿ ਕੋਈ ਇਸ ਕਿਸਮ ਦਾ ਸਬੂਤ ਨਹੀਂ, ਕੋਈ ਕੁਛ ਨਹੀਂ। ਜੇ ਕੋਈ ਕਰਦਾ ਵੀ ਹੋਵੇ, ਇਹ ਹਮੇਸ਼ਾ ਇੱਥੇ ਗਾਈਆਂ ਦਾ ਵਪਾਰ ਹੁੰਦਾ ਵੀ ਰਿਹਾ, ਜੇ ਕਰਦਾ ਹੋਵੇ ਤਾਂ ਉਹਦੀ ਮਨਾਹੀ ਤਾਂ ਇਹ ਕੌਣ ਹੁੰਦੇ ਆ ਕਿਸੇ ਨੂੰ? ਪਹਿਲਾਂ ਉਹਨਾਂ ਨੂੰ ਕੁੱਟਿਆ ਮਾਰਿਆ ਸੀ, ਥਾਣੇ ਲੈ ਗਏ, ਥਾਣੇ ਵਾਲਿਆਂ ਨੇ ਕਿਹਾ ਕਿ ਇਹਦੇ ਬਚਣ ਦੇ ਹੀ ਹਾਲਾਤ ਨਹੀਂ ਲੱਗਦੇ, ਉਹਨਾਂ ਨੂੰ ਜਾ ਕੇ ਕਿਸੇ ਪਰਾਂ ਕਰਕੇ ਤੇ ਉੱਥੇ ਗੱਡੀ ਦੇ ਵਿੱਚ ਹੀ ਜਿੰਦਿਆਂ ਨੂੰ ਫੂਕ ਦਿੱਤਾ। ਕਿਸੇ ਵੀ ਦੁਨੀਆ ਦੇ ਵਿੱਚ ਜੇ ਇਹੋ ਜਿਹਾ ਕ੍ਰਾਈਮ ਹੋਇਆ ਹੋਵੇ, ਪ੍ਰਧਾਨ ਮੰਤਰੀ ਤੇ ਜਿਹੜੇ ਸਾਡੇ ਹੋਮ ਮਿਨਿਸਟਰ ਉਹਨਾਂ ਦਾ ਮੂੰਹ ਟੁੱਟਾ ਹੋਇਆ, ਕਿਉਂ ਨਹੀਂ ਬੋਲਦੇ? ਉਹ ਇਹਦਾ ਮਤਲਬ ਉਹ ਇਹਨਾਂ ਲੋਕਾਂ ਨੂੰ ਸ਼ਹਿ ਦੇ ਰਹੇ ਆ, ਭਾਵੇਂ ਉਹ ਗਊ ਰਕਸ਼ਕ ਹੈਗੇ ਆ, ਭਾਵੇਂ ਉਹ ਬਜਰੰਗ ਦਲ ਹੈ, ਭਾਵੇਂ ਵਿਸ਼ਵ ਹਿੰਦੂ ਪ੍ਰੀਸ਼ਦ ਹੈ, ਭਾਵੇਂ ਕਿੰਨੀਆਂ ਹੋਰ ਜਥੇਬੰਦੀਆਂ ਇਹੋ ਜਿਹੀਆਂ। ਮੈਂ ਇਹਨਾਂ ਨੂੰ ਕਹੂੰਗਾ ਕਿ ਇਹ ਫਾਸ਼ੀਵਾਦੀ ਸੋਚ ਵਾਲੀਆਂ ਸ਼ਕਤੀਆਂ ਹੈਗੀਆਂ, ਜਿਨ੍ਹਾਂ ਨੂੰ ਪਨਪਣ ਲਈ ਲਗਾਤਾਰ ਸਪੇਸ ਦਿੱਤੀ ਜਾ ਰਹੀ ਹੈ, ਉੱਪਰੋਂ ਉਹਨਾਂ ਨੂੰ ਛਤਰੀ ਜਿਹੜੀ ਰਾਜਨੀਤਿਕ ਮਿਲ ਰਹੀ ਹੈ, ਨਹੀਂ ਤੇ ਕੀ ਕਿਸੇ ਦੀ ਜ਼ਰੂਰਤ ਹੈ? ਇਹ ਸਾਰਾ ਕੁਝ ਜਦੋਂ ਅਸੀਂ ਦੇਖ ਰਹੇ ਹਾਂ ਤੇ ਜੇ ਉਹ ਤੀਜੀ ਵਾਰੀ ਸੱਤਾ 'ਚ ਆਉਂਦੇ ਆ, ਇਹ ਦੇਸ਼ ਦੇ ਵਿੱਚ ਪਟਾਕੇ ਪੈਣਗੇ, ਸਿਵਲ ਵਾਰ ਲੱਗੂਗੀ, ਦੇਸ਼ ਇਕੱਠਾ ਨਹੀਂ ਰਹੂਗਾ। ਹਿੰਦੀ ਵਾਲੇ ਆਪਣੇ ਤੌਰ ਤੇ ਜਾਣਗੇ, ਦੂਸਰੇ ਸਾਊਥ ਵਾਲੇ ਆਪਣੇ ਤੌਰ ਤੇ ਸੋਚਣਗੇ, ਨਾਰਥ ਈਸਟ ਵਾਲੇ ਬਿਲਕੁਲ ਹੀ ਪਹਿਲਾਂ ਹੀ
ਇੱਕ ਅਲੱਗ-ਥਲੱਗ ਰਹਿੰਦੇ ਆ। ਸਾਡੇ ਨਾਰਥ ਵੈਸਟ ਵਿੱਚ 2 ਸੂਬਿਆਂ ਦੇ ਵਿੱਚ ਪਹਿਲਾਂ ਹੀ ਇੱਕ ਬੇਵਿਸ਼ਵਾਸੀ ਕੇਂਦਰ ਤੇ ਰਹਿੰਦੀ ਹੈ। ਇਹ ਕੁੱਲ ਮਿਲਾ ਕੇ ਜਸ ਖੰਨਾ ਜੀ ਇਹ ਰਹੂਗਾ ਕਿ ਉਹ ਬੀਜੇਪੀ ਲਈ ਵੀ ਠੀਕ ਨਹੀਂ ਹੋਊ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਹਿੰਦੂ ਰਾਸ਼ਟਰ ਹੈਗਾ, ਉਹ ਇੱਕ ਪੂਰਾ ਵਿਸ਼ਾਲ ਮਹਾਂਭਾਰਤ, ਉਹ ਤੇ ਇਹ ਸੋਚਦੇ ਆ ਕਿ ਈਸਟਰਨ ਏਸ਼ੀਅਨ ਕੰਟਰੀ ਵੀ ਜਿਹੜੇ ਆ ਉਹਨਾਂ ਦੇ ਵਿੱਚ ਸ਼ਾਮਲ ਹੋ ਜਾਣ ਹੌਲੀ-ਹੌਲੀ ਆ ਕੇ। ਕਿਉਂਕਿ ਉੱਥੇ ਤੱਕ ਉਹਨਾਂ ਨੂੰ ਲੱਗਦਾ ਕਿਸੇ ਵੇਲੇ ਉਹਨਾਂ ਦੀ ਰਿੱਟ ਸੀ, ਉੱਥੇ ਵੀ ਮੰਦਿਰ ਨਜ਼ਰ ਆਉਂਦੇ ਆ, ਸਾਰਾ ਕੁਝ ਆਉਂਦੇ, ਇੰਡੋਨੇਸ਼ੀਆ ਹੋਇਆ, ਹੋਰ ਕੰਟਰੀ ਹੋਏ। ਇਸ ਲਈ ਉਹਨਾਂ ਦੇ ਮਨ ਵਿੱਚ ਜੋ ਹੈ ਉਹ ਸੁਪਨਾ ਪੂਰਾ ਨਹੀਂ ਹੋਊਗਾ। ਸਿਵਲ ਵਾਰ ਦੀ ਸਿਚੁਏਸ਼ਨ ਵਿੱਚ ਫਿਰ ਪਾਰਟੀਆਂ ਨਹੀਂ ਆ, ਫਿਰ ਤੇ ਲੋਕ ਹੀ ਫੈਸਲਾ ਕਰਦੇ ਆ ਗਲੀਆਂ 'ਚ। ਜਦੋਂ ਇਹ ਬਲੱਡ ਸ਼ੈਡ ਹੁੰਦਾ, ਇਸ ਕਿਸਮ ਦਾ ਹੁੰਦਾ, ਆਪਾਂ ਯੂਕਰੇਨ ਦਾ ਮੋਟੇ ਤੌਰ ਤੇ ਦੇਖ ਲਓ ਕਿ ਕੀ ਉੱਥੇ ਹਾਲਤ ਬਣੀ ਪਈ ਹੈ, ਲੋਕਾਂ ਦੀ ਕੀ ਹਾਲਤ, ਕਿੰਨੇ ਲੱਖਾਂ ਦੀ ਕਰੋੜਾਂ ਦੀ ਗਿਣਤੀ ਛੱਡ ਕੇ ਦੇਸ਼ ਭੱਜ ਗਏ, ਬੱਚੇ ਮਾਰੇ, ਬਿਲਡਿੰਗਾਂ ਤਬਾਹ, ਇਨਫਰਾਸਟ੍ਰਕਚਰ ਤਬਾਹ, ਕੋਈ ਔਰ ਦੂਜੇ ਤਮਾਸ਼ਬੀਨ ਆਪਣਾ ਉੱਥੇ ਰਾਜਨੀਤਿਕ ਰੋਟੀਆਂ ਸੇਕ ਰਹੇ ਆ, ਹਥਿਆਰ ਹੋਰ ਭੇਜੀ ਤੁਰੇ ਜਾਂਦੇ ਆ, ਕਿਉਂਕਿ ਉਹਨਾਂ ਨੂੰ ਆ ਬਗਾਨੀ ਜਗ੍ਹਾ ਆ, ਬਗਾਨੇ ਬੰਦੇ ਆ, ਸਾਡਾ ਕੀ, ਅਸੀਂ ਹਥਿਆਰ ਭੇਜ ਕੇ ਇਹਨਾਂ ਨੂੰ ਲੜਾ ਮਰਾ ਕੇ ਘੱਟੋ ਘੱਟ ਚਲੋ ਰੂਸ ਨੂੰ ਤੇ ਥੋੜਾ ਜਿਹਾ ਕਮਜ਼ੋਰ ਕਰਾਂਗੇ। ਇਸ ਕਿਸਮ ਦਾ ਮਤਲਬ ਇਹ ਦੁਨੀਆ ਦੀ ਇਹ ਪਾਵਰ ਦੀ ਗੇਮ ਹੀ ਇਹੋ ਜੀ, ਬੜੀ ਕਰੂਅਲ ਗੇਮ ਆ। ਤੇ ਮੈਂ ਤੇ ਇਹ ਓਵਰਆਲ ਇਹ ਗੱਲ ਦੱਸ ਦਿਆਂ ਕਿ ਜੋ ਦੇਸ਼ ਦੇ ਅੰਦਰ 2-3 ਮੈਂ ਜਿਹੜੇ ਫੈਕਟ ਬੜੇ ਜ਼ਬਰਦਸਤ ਆਏ, ਉਹ ਇਹ ਆਏ ਹੈ। ਇੱਕ ਤੇ ਇਨਕਮ ਟੈਕਸ ਰੇਟ ਦੀ ਗੱਲ, ਇਹ ਨਿਜ਼ਾਮ ਬਣ ਚੁੱਕਾ ਆ। ਪਿਛਲੇ 11 ਤੋਂ 15 ਤੱਕ ਜਿਹੜੇ ਇਨਕਮ ਟੈਕਸ 2000 ਇਨਕਮ ਟੈਕਸ ਦੇ ਰੇਟ ਦੇਸ਼ 'ਚ ਵੱਜੇ ਸੀ, ਉਹਨਾਂ ਦੇ ਵਿੱਚ ਕਨਵਿਕਸ਼ਨ ਰੇਟ 7.5 ਜਾਂ 7.4 ਸੀਗਾ। ਜਿਹੜਾ ਹੁਣ ਪਿੱਛੇ 2016 ਤੋਂ ਲੈ ਕੇ 20 ਤੱਕ ਆ, ਉਹ 11,000 ਤੋਂ ਉੱਪਰ ਆਈਟੀ ਰੇਟ ਹੋਏ ਆ, ਜਿਹਦਾ ਕਨਵਿਕਸ਼ਨ ਰੇਟ ਅੱਧੇ ਨਾਲੋਂ ਵੀ ਘੱਟ ਪਹਿਲਾਂ ਨਾਲੋਂ, ਮਤਲਬ 2.4% ਆ। ਇਹਦਾ ਮਤਲਬ ਕਿ ਆਈਟੀ ਮਹਿਕਮੇ ਨੂੰ ਕਿਵੇਂ ਵਿਰੋਧੀ ਪਾਰਟੀਆਂ ਨੂੰ, ਹੋਰਨਾਂ ਨੂੰ ਹਰਾਸ ਕਰਨ ਲਈ, ਚਿੱਤ ਕਰਨ ਲਈ, ਦਬਾਉਣ ਲਈ ਵਰਤਿਆ ਜਾ ਰਿਹਾ। ਤੁਸੀਂ ਛੱਤੀਸਗੜ੍ਹ ਦੇ ਵਿੱਚ ਦੇਖੋ, ਉੱਥੇ ਕਾਂਗਰਸ ਨੇ ਆਪਣਾ ਸ਼ਿਵਰ ਲਾਉਣਾ ਆ, ਆਪਣੀ ਕੋਈ ਕਨਵੈਨਸ਼ਨ ਕਰਨੀ ਹੈ, ਔਰ ਉੱਥੇ ਇਹਨਾਂ ਨੇ ਉਹਨਾਂ ਦੇ ਐਮਐਲਏਆਂ ਦੇ ਉੱਤੇ ਕੋਲ ਦਾ ਪਾ ਕੇ ਈਡੀ ਭੇਜ ਕੇ ਧੜਾ ਧੜ ਅਰੈਸਟਾਂ ਜੇ ਉਹ ਸ਼ੁਰੂ ਕਰ ਦਿੱਤਾ। ਇਹ ਕੀ ਕੋਈ ਡੈਮੋਕ੍ਰੇਸੀ ਦੇ ਤਰੀਕੇ ਹੈਗੇ ਆ? ਇਹ ਕੋਈ ਤੁਹਾਨੂੰ ਲੱਗਦਾ ਕਿ ਇੱਥੇ ਦੇਸ਼ ਦੇ ਵਿੱਚ ਕੋਈ ਸੰਵਿਧਾਨਕ ਚੀਜ਼ਾਂ ਚੱਲ ਰਹੀਆਂ? ਜਿਸ ਢੰਗ ਨਾਲ ਸ਼ਿਵ ਸੈਨਾ ਦਾ ਉਧਵ ਠਾਕਰੇ ਪਿੱਟ ਰਿਹਾ, ਉਹ ਦੇਖ ਲਓ, ਜਾ ਕੇ ਸੁਪਰੀਮ ਕੋਰਟ 'ਚ ਗਿਆ, ਛੇਤੀ ਉਹਨਾਂ ਦੀ ਸੁਣਵਾਈ ਹੋਊਗੀ, ਉਹਨਾਂ ਦਾ ਤੀਰ ਕਮਾਨ ਵੀ ਗਿਆ ਤੇ ਪਾਰਟੀ ਦਾ ਨਾਂ ਵੀ ਗਿਆ। ਇਹ ਪਹਿਲਾਂ ਉਹ ਪਾਰਟੀ ਤੋੜੀ ਗਈ। ਇਹ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇਹ ਇੱਕ ਏਕਾ ਅਧਿਕਾਰਵਾਦ, ਇੱਕ ਜਿਹੜੀ ਫਾਸਿਸਟ ਸੋਚ ਹੈ, ਫਾਸ਼ੀ ਸੋਚ ਜਿਹਨੂੰ ਪੰਜਾਬੀ 'ਚ ਕਹਿੰਦੇ ਆ, ਉਹ ਬੜੀ ਭਾਰੂ ਹੋ ਰਹੀ ਆ ਔਰ ਲਗਾਤਾਰ ਹੋ ਰਹੀ ਆ। ਉਹਦੇ 'ਚ ਹੱਕ ਸੱਚ ਦੀ, ਇਨਸਾਫ ਦੀ, ਜੋ ਵਿਕਾਸ ਦੀ, ਸਾਰੀ ਇਹ ਗੱਲਾਂ ਕਰਦੇ ਆ, ਗਰੀਬ ਦੀ ਸੁਣਵਾਈ ਦੀ, ਗਰੀਬ ਦੇ ਹਿੱਤ ਦੀ ਕੋਈ ਗੱਲ, ਉਹ ਨਹੀਂ ਹੋਣੀ ਆ। ਤੁਸੀਂ ਬਜਟ ਹੀ ਦੇਖ ਲਓ, ਜਿਹੜਾ ਬਜਟ ਹੁਣ ਸੀਤਾਰਮਨ ਨੇ ਪੇਸ਼ ਕੀਤਾ, ਮਨਰੇਗਾ ਦਾ ਪੈਸਾ ਘਟਾਤਾ, ਸੋਸ਼ਲ ਵੈਲਫੇਅਰ ਦਾ ਘਟਾਤਾ, ਐਜੂਕੇਸ਼ਨ ਤੇ ਹੈਲਥ ਦਾ ਵੀ ਪੈਸਾ ਘਟਾਤਾ। ਫਿਰ ਕਰਨਾ ਕੀ ਹੈ ਇੱਥੇ? ਮੋਦੀਆਂ ਨੂੰ ਪੈਸੇ, ਉਹਨਾਂ ਨੂੰ ਅਡਾਨੀਆਂ ਨੂੰ ਪੈਸੇ ਦੇਣੇ ਆ, ਅਡਾਨੀ ਅੰਬਾਨੀ ਨੂੰ ਦਈ ਚਲੋ। ਫਿਰ ਅਸੀਂ ਕਿਤੇ ਇਹਦਾ ਰਿਜ਼ਲਟ ਕੀ ਨਿਕਲਿਆ ਇਹ ਵੀ ਸੁਣ ਲਓ। ਹੁਣ ਜਦੋਂ ਇੰਨੀ ਸਰਕਾਰਾਂ ਦੀ ਆਪਣੇ ਲੋਕਾਂ ਪ੍ਰਤੀ ਬੇਰੁਖੀ ਆ, ਇਹ ਤੇ ਦੇਸ਼ ਭਗਤੀ ਦੇ ਗਾਣ, ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਦੀਆਂ ਕਿਲਕਲੀਆਂ ਮਾਰਦੇ ਆ, ਹੈ ਨਾ, ਰੋਜ਼ ਦਿਨ ਰਾਤ ਕਹਿੰਦੇ ਆ ਕਿ ਆਹ ਕਰਨਾ, ਉਹ ਕਰਨਾ। ਲੋਕ ਕੀ ਸੋਚ ਰਹੇ ਆ? ਲੋਕ ਸੋਚ ਰਹੇ ਇੱਥੋਂ ਭੱਜ ਲਓ, ਇੱਥੇ ਸਾਡਾ ਕੋਈ ਵਾਲੀ ਵਾਰਸ ਨਹੀਂ। ਜੋ ਮੈਂ ਕਹਿ ਰਿਹਾ, ਲੋਕ ਵੀ ਇੰਜ ਸੋਚ ਰਹੇ ਆ, ਵੱਡਾ ਸੈਕਸ਼ਨ। ਪਿਛਲੇ ਸਾਲ 2022 ਚ 2.25 ਲੱਖ ਲੋਕ ਦੇਸ਼ ਦੀ ਸਿਟੀਜ਼ਨਸ਼ਿਪ ਨੂੰ ਠੁੱਡਾ ਮਾਰ ਕੇ ਦੂਜਿਆਂ ਦੇਸ਼ਾਂ 'ਚ ਚਲੇ ਗਏ। ਅਮਰੀਕਾ, ਪੁਰਤਗਾਲ, ਆਸਟ੍ਰੇਲੀਆ, 6 ਕੰਟਰੀ ਦਾ ਨਾਂ ਸੋਚ, ਗ੍ਰੀਸ ਵੀ ਸੀ ਸ਼ਾਇਦ। ਉਹਨਾਂ 'ਚ ਜਾ ਕੇ ਉਹਨਾਂ ਦੇਸ਼ਾਂ ਨੇ ਕੀ ਕਿਹਾ? ਅਮਰੀਕਾ ਫਾਰ ਇੰਸਟੈਂਸ ਕਹਿੰਦਾ ਕਿ ਤੁਸੀਂ 7-8 ਕਰੋੜ ਰੁਪਈਆ ਲਿਆ ਕੇ ਸਾਡੇ ਦੇਸ਼ 'ਚ ਇਨਵੈਸਟ ਕਰੋ, ਸਾਰਾ ਟੱਬਰ ਆ ਜਾਓ, 6-7 ਸਾਲਾਂ ਦੇ ਅੰਦਰ ਮੈਂ ਤੁਹਾਨੂੰ ਫੁੱਲ ਸਿਟੀਜ਼ਨਸ਼ਿਪ ਦੇ ਦੂੰਗੀ, ਨਾਲ ਸ਼ਰਤ ਇਹ ਆ ਕਿ ਤੁਸੀਂ 10 ਬੰਦਿਆਂ ਨੂੰ ਪੱਕੀ ਨੌਕਰੀ ਦਿਓ ਉਹ ਇਨਵੈਸਟਮੈਂਟ ਕਰਨ ਤੋਂ ਬਾਅਦ। ਪੁਰਤਗਾਲ ਦੀ 6 ਕਰੋੜ ਹੈਗੀ ਆ ਕਿ ਤੁਸੀਂ 6 ਕਰੋੜ ਦੀ ਇਨਵੈਸਟਮੈਂਟ ਕਰੋ, 10 ਬੰਦਿਆਂ ਨੂੰ ਨੌਕਰੀ ਦਿਓ, ਅਸੀਂ ਵੀ ਤੁਹਾਨੂੰ ਛੇਤੀ 5-4 ਸਾਲਾਂ ਦੇ ਅੰਦਰ ਇੱਥੇ ਸਿਟੀਜ਼ਨਸ਼ਿਪ ਦੇ ਦਿਆਂਗੇ, ਤੁਸੀਂ ਸਾਡੇ ਦੇਸ਼ 'ਚ ਰਹੋ, ਛੱਡੋ ਇੱਥੋਂ ਕੀ ਲੈਣਾ ਮੋਦੀ ਸਰਕਾਰ ਤੋਂ। ਤੁਸੀਂ ਜਾਰਜ ਸੋਰਸ ਦੀ ਸੁਣ ਲਿਆ, ਉਹਨੇ ਸਿੱਧਾ ਅਟੈਕ ਕੀਤਾ ਆ, ਬਿਲੀਨੀਅਰ ਬੰਦਾ ਆ। ਉਹ ਬੰਦੇ ਦੀ ਸ਼ਕਤੀ ਨੂੰ ਵੀ ਤੁਸੀਂ ਜਾਣਦੇ ਕੀ ਹੈ, ਜਿੰਨੇ ਵੱਡੇ ਆਪਣੇ ਆਪ ਨੂੰ ਬਹੁਤ ਨਬੀ ਖਾਂ ਸਮਝਦੇ ਸੀਗੇ, ਬੈਂਕ ਆਫ ਇੰਗਲੈਂਡ ਤੋੜ ਕੇ ਰੱਖਤੀ ਸੀਗੀ। ਇਸੇ ਤਰੀਕੇ ਨਾਲ ਥਾਈਲੈਂਡ ਦੀ ਬੈਂਕ ਦਾ ਵੀ ਸੰਕਟ ਖੜਾ ਕਰਤਾ ਸੀ, ਹਾਲਾਂਕਿ ਮੰਨਦੇ ਨਹੀਂ, ਉਹ ਕੀਤਾ ਇਹਨਾਂ ਨਹੀਂ ਸੀਗਾ। ਉਹ ਕਹਿੰਦਾ ਕਿ ਮੈਂ ਜਿੱਥੇ ਵੀ ਦੇਸ਼ ਦੀ ਡੈਮੋਕ੍ਰੇਸੀ ਆ ਉਹਦੇ ਹੱਕ 'ਚ ਖੜੇ ਹੋਣਾ। ਉਹ ਮੈਂ ਨਹੀਂ, ਉਹਨਾਂ ਗੱਲਾਂ ਨਾਲ ਨਹੀਂ ਮੈਂ ਸਹਿਮਤ ਜਾਂ ਅਸਹਿਮਤ, ਮੇਰਾ ਫਰਕ ਵੀ ਨਹੀਂ ਪੈਂਦਾ, ਜੋ ਉਹਨਾਂ ਦਾ ਕਹਿਣਾ
ਜੀ 8-9 ਬਿਲੀਅਨ ਡਾਲਰ ਦਾ ਮਾਲਕ ਹੈਗਾ ਆ ਉਹ। ਤੇ ਉਹ ਕਹਿੰਦਾ ਮੈਂ ਵੱਡਾ ਫੰਡ ਇਸੇ ਕੰਮ ਲਈ ਰੱਖਦਾ ਕਿ ਜਿੱਥੇ ਜਿੱਥੇ ਡੈਮੋਕ੍ਰੇਸੀ ਨੂੰ ਖਤਰਾ ਪੈਂਦਾ ਮੈਂ ਉੱਥੇ ਉਹ ਪੈਸੇ ਭੇਜਦਾ, ਉੱਥੇ ਮਦਦ ਵੀ ਕਰਦਾ। ਆਪਣੀਆਂ ਇੱਕ ਫਾਊਂਡੇਸ਼ਨ ਬਣਾਈ ਹੋਈ, ਉਹਦਾ ਮੈਨੂੰ ਨਾਮ ਭੁੱਲ ਗਿਆ, ਉਹਦੇ ਰਾਹੀਂ ਉਹ ਜਗ੍ਹਾ ਜਗ੍ਹਾ ਆਪਣਾ ਲੋਕਾਂ ਦੀ ਮਦਦ ਕਰਦੇ ਆ। ਇਹ ਜਿਹੜਾ ਉਹਨੇ ਸਿੱਧਾ ਹੀ ਅਟੈਕ ਕਰਕੇ ਪ੍ਰਧਾਨ ਮੰਤਰੀ ਤੇ ਕਿਹਾ, ਕੀ ਕਿਹਾ ਉਹਨੇ? ਪ੍ਰਧਾਨ ਮੰਤਰੀ ਨੂੰ ਕਿਹਾ ਕਿ ਮੋਦੀ ਜੀ, ਤੁਹਾਡੀ ਦੇਸ਼ ਦੇ ਵਿੱਚ ਤੇ ਡੈਮੋਕ੍ਰੇਸੀ ਹੈਗੀ ਆ, ਪਰ ਤੁਸੀਂ ਡੈਮੋਕ੍ਰੇਟ ਨਹੀਂ ਹੈ। ਬਿਲਕੁਲ ਲਓ ਜੀ। ਜੀ, ਲਓ ਹੂੰ ਜੀ, ਇੰਨੀ ਗੱਲ ਸੀਗੀ। ਇਹ ਤੇ ਸਿੱਧਾ ਹੀ ਉਹਨਾਂ ਦੇ ਜਿਹੜਾ ਆਈਕਨ ਸੀਗਾ, ਮਹਾਰਥੀ, ਉਹਨੂੰ ਹੀ ਹੱਥ ਪਾ ਲਿਆ ਜਾਰਜ ਸੋਰਸ ਨੇ। ਜਦੋਂ ਉਹਨੂੰ ਪਾ ਲਿਆ ਤੇ ਸਿਮਰਤੀ ਇਰਾਨੀ ਨੂੰ ਤੇ ਰਾਤ ਨੀਂਦ ਨਹੀਂ ਆਈ ਹੋਣੀ ਵੀ ਮੈਂ ਕਿਹੜੇ ਵੇਲੇ ਇਹਦਾ ਹਮਲੇ ਦਾ ਜਵਾਬ ਦਿਆਂ। ਉਹਨੇ ਫਿਰ ਦੱਸਿਆ ਵੀ ਇਹ ਸਾਡੇ ਦੇਸ਼ ਤੇ ਹਮਲਾ। ਜਾਣੀ ਜੇ ਤੁਸੀਂ ਕਿਸੇ ਨੂੰ ਵੀ ਕਹਿ ਦਿਓ, ਜੇ ਅਡਾਨੀ ਨੂੰ ਪੁੱਛ ਲਓ ਵੀ ਤੂੰ ਤੇਰੇ ਸ਼ੇਅਰਾਂ ਦੀ ਕੀ ਹਾਲਤ, ਤੁਹਾਨੂੰ ਪਤਾ ਅੱਜ ਕੀ ਸ਼ੇਅਰ ਆ? ਜੀ 1600 ਤੋਂ ਥੱਲੇ ਗਿਰ ਗਏ, ਜਿਹੜੇ ਹੂੰ 4000 ਦੇ ਨੇੜੇ ਤੇੜੇ ਪਹੁੰਚ ਜਾਂਦੇ ਸੀਗੇ। ਜੀ ਤੇ ਬਿਲਕੁਲ ਇਸ ਵੇਲੇ ਕੁੱਲ ਉਹਨਾਂ ਦੀ ਵਰਥ ਜਿਹੜੀ ਆ, ਸ਼ੇਅਰਾਂ ਦੀ ਵੈਲਿਊ ਜਿਹੜੀ ਆ $100 ਬਿਲੀਅਨ ਹੈਗੀ। ਮੇਰਾ ਖਿਆਲ ਆ ਅੱਧਿਓਂ ਵੀ ਥੱਲੇ ਕਾਫੀ ਗਿਰ ਚੁੱਕੇ ਆ, ਰੋਜ਼ ਗਿਰਦੇ ਆ। ਕੱਲ 100 ਪੁਆਇੰਟ ਗਿਰੇ ਸੀਗੇ, ਅੱਜ 25-30 ਪੁਆਇੰਟ ਥੱਲੇ ਡਿੱਗ ਕੇ ਕੱਲ 1622 ਦੇ ਪੁਆਇੰਟ 45 ਤੇ ਬੰਦ ਹੋਏ ਸੀ। ਮੈਂ ਦੇਖਦਾ ਰਹਿਣਾ ਕਿ ਇਹਦੀ ਹਾਲਤ ਕੀ ਹੈ। ਇਹ ਜੀ ਦੇਸ਼ ਤੇ ਹਨ। ਜਾਣੀ ਤੁਸੀਂ ਜੋ ਕਰੀ ਜਾਓ, ਉੱਪਰ ਸਾਰਾ ਪੈਸਾ ਜਿੱਧਰ ਦੀ ਮਰਜ਼ੀ ਲੁੱਟੀ ਖੋਈ ਤੁਰੀ ਜਾਓ, ਉਹ ਤੇ ਤੁਸੀਂ ਸਾਧੂ ਵਾਲਾ ਕੰਮ ਕਰ ਰਹੇ ਹੋ, ਉਹ ਤੇ ਦੇਸ਼ ਦੀ ਭਗਤੀ ਦੀ ਗੱਲ ਕਰ ਰਹੇ ਆ। ਤੇ ਜਿਹੜੇ ਆਮ ਜਨਤਾ ਜਨਾਰਦਨ ਆ, ਉਸ ਨੂੰ ਤੁਸੀਂ ਅਤਰ ਕੀਤਾ ਹੋਇਆ ਪੜ੍ਹਾਈ ਤੋਂ, ਸਿਹਤ ਸੇਵਾਵਾਂ ਤੋਂ, ਰੁਜ਼ਗਾਰ ਤੋਂ, ਕੋਈ ਕਿਸੇ ਕਿਸਮ ਦੀ ਸਹੂਲੀਅਤ ਨਹੀਂ। ਸਾਰਿਆਂ ਨੂੰ ਬਲੌਕ ਕਰਕੇ ਰੱਖਤਾ ਇਸ ਵੇਲੇ। ਇੱਕੋ ਗੱਲ ਮੈਨੂੰ ਇਸ ਵੇਲੇ ਚੰਗੀ ਲੱਗ ਰਹੀ ਹੈ, ਜਿਹੜੀ ਬੜੀ ਹੋਪ ਦੀ ਹੈ, ਜਿਹਦੇ ਵਿੱਚ ਕਿਸਾਨ ਮਰ ਗਏ ਹੋਣਗੇ। ਮੈਂ ਮੰਡੀ 'ਚ ਗਿਆ, ਮੈਂ ਮੰਡੀ ਦੀ ਗੱਲ ਕਰ ਰਿਹਾ, ਜਿਹੜੀ ਪਰਚੂਨ ਦੀ ਮੰਡੀ ਹੈ। ਜੀ ਜੀ 100 ਰੁਪਏ ਦੇ 12 ਕਿਲੋ ਆਲੂ, ਕਿਸਾਨ ਨੂੰ ਕੀ ਮਿਲਿਆ ਹੋਣਾ? 3 ਰੁਪਏ ਵੀ ਨਹੀਂ ਮਿਲੇ ਹੋਣੇ ਕਿਲੋ ਦੇ। 100 ਹੂੰ ਰੁਪਏ ਦੇ 12 ਕਿਲੋ ਆਲੂ ਦੇਣ ਤੇ 6 ਕਿਲੋ ਜਿਹੜੇ ਗੰਢੇ ਦੇਣ। ਤੁਸੀਂ ਇਹ ਹਿਸਾਬ ਲਓ, ਜਿੱਥੋਂ ਆਏ ਹੋਣਗੇ, ਸ਼ੁਰੂ ਹੋਣਗੇ, ਉੱਥੇ ਮੁਫਤ ਵਾਂਗੂ ਮਿਲੇ ਹੋਣਗੇ ਇਹਨਾਂ ਨੂੰ। ਬਿਲਕੁਲ ਸਹੀ ਹੈ ਤਾਂ ਹੀ ਇਹਨੇ ਸਸਤੇ। ਤੀਜੀ ਜਗ੍ਹਾ ਆ ਕੇ ਪਹਿਲਾਂ ਹੋਲਸੇਲ ਦੀ ਮਾਰਕੀਟ, ਫਿਰ ਪਰਚੂਨ ਦੀ ਮਾਰਕੀਟ 'ਚ ਇਹ ਰੇਟ ਜਿਹਦੇ ਰੁਲ ਗਿਆ। ਜਾਣੀ ਪਰ ਜਿਹੜਾ ਆਮ ਗਰੀਬ, ਜਿਹੜਾ ਪਰਚੇਜ਼ਰ ਆ, ਬਾਇਰ ਆ, ਉਹਨੂੰ ਥੋੜੀ ਜਿਹੀ ਰਾਹਤ ਆ ਕਿ ਉੱਥੇ ਮਹਿੰਗਾਈ ਘਟੀ। ਪਰ ਓਵਰਆਲ ਸਾਡੀ ਮਹਿੰਗਾਈ ਅਜੇ ਵੀ ਰਿਟੇਲ ਦੀ ਕਾਫੀ ਹੈਗੀ ਹੈ। 6 ਤੋਂ ਜਿਹੜੀ ਉੱਪਰ ਹੋਵੇ ਉਹ ਡੈਡਲੀ ਹੁੰਦੀ ਆ, ਤੇ 6.5 ਪੌਣੇ 7 ਤੱਕ ਸਾਡੀ ਮਹਿੰਗਾਈ ਰਿਟੇਲ ਦੀ ਹੈਗੀ ਹੈ, ਜਿਹੜੀ ਕਿ ਡੈਡਲੀ ਹੈ, ਜਿਹੜੀ ਅਪਰ ਲਿਮਿਟ ਤੋਂ ਉੱਪਰ ਜਾ ਰਹੀ ਹੈ। ਮੈਂ ਬਹੁਤਾ ਲੰਬਾ ਭਾਸ਼ਣ ਦੇ ਦਿੱਤਾ, ਤੁਸੀਂ ਕੋਈ ਗੱਲ ਇਹੋ ਜਿਹੀ ਛੇੜ ਲੈਂਦੇ ਆ। ਇਹ ਅਸੀਂ ਬੜੇ ਫਸੇ ਹੋਏ ਆ। ਜੀ ਫਸੇ ਇਸ ਤਰ੍ਹਾਂ ਆ ਕਿ ਇਹ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਪੋਜੀਸ਼ਨ ਬਹੁਤ ਜਗ੍ਹਾ ਤੇ ਵੰਡੀ ਹੋਈ ਹੈਗੀ ਆ, ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਦੇਸ਼ ਐਡਾ ਵਿਸ਼ਾਲ ਤੇ ਵੱਡਾ ਆ ਕਿ ਜੇ ਇੱਥੇ ਦੇ ਲੋਕ ਫੈਸਲਾ ਕਰ ਲੈਣ ਵੀ ਇਹਨੂੰ ਨਹੀਂ ਛੱਡਣਾ, ਬਾਕੀ ਅਸੀਂ ਦੇਖ ਲਾਂਗੇ, ਤੇ ਫਿਰ ਹੂੰ ਉਹ ਸਿਰੇ ਵੀ ਲਾ ਦਿੰਦੇ ਆ। ਕਿਉਂਕਿ ਇਹਨਾਂ ਦੀ ਦਾਦਾਗਿਰੀ ਹੀ ਬਾਕੀ ਸਾਰਿਆਂ ਨੂੰ ਇਕੱਠਿਆਂ ਕਰ ਦੂਗੀ। ਜਾਣੀ ਇਹ ਜ਼ਰੂਰੀ ਨਹੀਂ ਹੈ ਕਿ ਇਹ ਜਿਹੜਾ ਹੂ ਵਿਲ ਬੈਲ ਦਾ ਕੈਟ ਵਾਲੀ ਗੱਲ ਹੈ ਨਾ, ਚੂਹਿਆਂ ਨੇ ਵੱਡੀ ਕਾਨਫਰੰਸ ਕੀਤੀ ਤੇ ਸਾਰਿਆਂ ਨੇ ਬੜੇ ਵਿਚਾਰ ਦਿੱਤੇ ਕਿ ਬਿੱਲੀ ਇੰਜ ਆਊਗੀ, ਬਿੱਲੀ ਇੰਜ ਕਰਾਂਗੇ, ਫਿਰ ਆ ਉੱਥੇ ਘੰਟੀ ਲੈ ਕੇ ਆਊਗਾ, ਆ ਘੰਟੀ ਨੂੰ ਅੱਗੇ ਫੜਾਊਗਾ, ਬਿੱਲੀ ਨੂੰ ਆਪਾਂ ਦੁੱਧ ਪਿਲਾਵਾਂਗੇ, ਬਿੱਲੀ ਥੱਲੇ ਨੂੰ ਧੌਣ ਕਰੂਗੀ ਤੇ ਇੱਕ ਜਣਾ ਫਟ ਦੇਣੀ ਉਹਦੇ ਗਲ 'ਚ ਘੰਟੀ ਪਾ ਦੂਗਾ। ਇਹੋ ਜਿਹੀਆਂ ਗੱਲਾਂ ਬਣੀਆਂ। ਜਦੋਂ ਬਿੱਲੀ ਆਈ ਤੇ ਭੱਜ ਲਏ ਸਾਰੇ, ਵੇਖੋ ਹੀ ਤੇ ਉਹ ਤੇ ਸੱਚੀ ਆ ਗਈ ਓਏ, ਭੱਜ ਲਓ। ਇਹ ਇੱਕ ਹਾਲਾਤ ਦੇਸ਼ ਦੇ ਅੰਦਰ ਅੱਜ ਬਣੇ ਹੋਏ ਆ। ਜੀ ਮਨਜੀਤ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਔਰ ਉਹਦੇ ਵਿੱਚ ਇੱਕ ਹੋਰ ਵੀ ਕਹਾਣੀ ਹੈ ਕਿ ਬਿੱਲੀ ਨੂੰ ਘੰਟੀ ਕੌਣ ਬੰਨੂਗਾ। ਅੱਜ ਕੱਲ੍ਹ ਦੀ ਜਨਰੇਸ਼ਨ ਸੀ, ਉਹਦੀ ਵੀ ਨਾਲ ਬੈਠਾ ਹੋਇਆ ਸੀ ਇੱਕ ਨਿੱਕਾ ਜਿਹਾ ਮੁੰਡਾ, ਕਹਿੰਦਾ ਤੁਸੀਂ ਆ ਗਏ, ਬਿੱਲੀ ਸਾਰੇ ਭੱਜ ਗਏ, ਹੁਣ ਮੈਨੂੰ ਟਰਾਈ ਕਰਨ ਦਿਓ। ਜਿਹੜਾ ਸਰਪੰਚ ਸੀ, ਵੱਡਾ ਸੀ ਚੂਹਿਆਂ ਦਾ, ਉਹ ਕਹਿੰਦਾ ਠੀਕ ਹੈ, ਇਹਨੂੰ ਵੀ ਟਰਾਈ ਕਰ ਲੈਣ ਦਿਓ। ਉਹਨੇ ਕੀ ਕੀਤਾ, ਇੱਕ ਪਲੈਨਿੰਗ ਦਿੱਤੀ ਉਹਨਾਂ ਨੂੰ, ਤੇ ਕਹਿੰਦੇ ਮੈਂ ਇਕੱਲਾ ਹੀ ਜਾਊਂਗਾ। ਕਹਿੰਦੇ ਨਹੀਂ ਨਹੀਂ, ਕਮਾਂਡੋ ਭੇਜੋ ਨਾਲ, ਐਵੇਂ ਵੱਡਾ ਬਹਾਦਰ ਬਣਿਆ ਫਿਰਦਾ ਨਿੱਕਾ ਜਿਹਾ ਹੈਗਾ। ਖੈਰ ਕਮਾਂਡੋ ਨਾਲ ਭੇਜੇ ਕਿ ਬਿੱਲੀ ਅਟੈਕ ਕਰਦੀ ਹੈ ਤੇ ਬੱਚੇ ਨੂੰ ਬਚਾਉਣਾ। ਤੇ ਬੱਚਾ ਗਿਆ ਤੇ ਬਿੱਲੀ ਦੁੱਧ ਪੀ ਕੇ ਸੁੱਤੀ ਪਈ ਹੈ, ਤੇ ਜਾ ਕੇ ਨਾ ਉਹਦੇ ਮੱਥੇ ਦੇ ਉੱਤੇ ਥੱਪੜ ਮਾਰਦਾ। ਬਿੱਲੀ ਉੱਠਦੀ ਹੈ ਤੇ ਫੌਰਨ ਇੱਕ ਗਿਫਟ ਅੱਗੇ ਕਰ ਦਿੰਦਾ, ਗਿਫਟ ਪੈਕ ਲੈ ਕੇ ਗਿਆ ਉਹਦੇ ਵਾਸਤੇ। ਬਿੱਲੀ ਕਹਿੰਦੀ ਇਹ ਮੇਰੇ ਵਾਸਤੇ ਲਿਆਇਆ? ਕਹਿੰਦੇ ਹਾਂ ਤੇਰੇ ਵਾਸਤੇ ਲਿਆਇਆ। ਕਹਿੰਦਾ ਖੋਲਿਆ ਤੇ ਉਹਦੇ ਵਿੱਚ ਘੰਟੀ, ਕਹਿੰਦਾ ਬੰਨ ਲੈ। ਬਿੱਲੀ ਬੜੀ ਖੁਸ਼ ਕਿ ਮੇਰੇ ਵਾਸਤੇ ਗਿਫਟ ਲੈ ਕੇ ਆਇਆ, ਉਹਨੇ ਆਪ ਹੀ ਗਲੇ 'ਚ ਘੰਟੀ ਬੰਨ ਲਈ। ਕਹਿੰਦਾ ਆ ਫਿਰ ਸੈਲਫੀ ਵੀ ਲੈ ਲਈਏ। ਮੋਬਾਈਲ ਤੇ ਸੈਲਫੀਆਂ ਲੈ ਕੇ ਆ ਗਿਆ, ਹੁਣ ਘੰਟੀ ਵੀ ਬੰਨ ਕੇ ਆ ਗਿਆ। ਹੁਣ ਇਹ ਯੰਗ ਜਨਰੇਸ਼ਨ ਹੈ, ਇਹ ਇੱਦਾਂ ਘੰਟੀ ਬੰਨ ਸਕਦੀ ਹੈ, ਇਹਨਾਂ ਕੋਲ ਵੀ ਆਪਣੀ ਟੈਕਨੀਕ ਹੈ। ਤੇ ਆਪਾਂ ਐਸੇ ਲਾਈਟ 'ਚ ਦੇਖੀਏ ਕਿ ਅੱਗੇ ਕੀ ਹੋ ਸਕਦਾ ਹੈ, ਕਿਉਂਕਿ ਸਾਡੇ ਕੋਲ ਲਾਰਜੈਸਟ ਡੈਮੋਕ੍ਰੇਸੀ ਹੈ, ਦੁਨੀਆ ਦੀ ਲਾਰਜੈਸਟ ਕੌਨਸਟੀਟਿਊਸ਼ਨ ਹੈ, ਜਿਹਦੇ 'ਚ ਬਹੁਤ ਸਾਰੇ ਪ੍ਰੋਵੀਜ਼ਨਸ ਨੇ ਕਿ ਇੱਕ ਆਮ
ਨਾਗਰਿਕ ਕਿਸ ਤਰ੍ਹਾਂ ਕੰਮ ਕਰਕੇ ਆਪਣੀ ਆਪ ਸਰਕਾਰ ਚੁਣ ਸਕਦਾ, ਆਪਣੀ ਆਪ ਸਰਕਾਰ ਬਣਾ ਸਕਦਾ ਹੈ। ਸੋ ਇਸ ਤਰ੍ਹਾਂ ਦੀ ਸਰਕਾਰ, ਕਿੱਦਾਂ ਦੀ ਸਰਕਾਰ ਚਾਹੀਦੀ ਹੈ? ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਕੇਜਰੀਵਾਲ ਸਾਹਿਬ ਪ੍ਰਧਾਨ ਮੰਤਰੀ ਬਣਨਗੇ, ਬੀਜੇਪੀ ਵਾਲੇ ਕਹਿੰਦੇ ਨੇ ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਨਗੇ। ਅਸਲ ਵਿੱਚ ਕੌਣ ਬਣੇਗਾ? ਉਧਰ ਕਾਂਗਰਸ ਵਾਲੇ ਆਪਣੀ ਭਾਰਤ ਜੋੜੋ ਯਾਤਰਾ ਲੈ ਕੇ ਤੁਰਦੇ ਪਏ ਨੇ ਤੇ ਵੜਿੰਗ ਸਾਹਿਬ ਕਹਿੰਦੇ ਨੇ ਪੰਜਾਬ ਦੇ ਵਿੱਚ ਕਿ ਹੱਥ ਨਾਲ ਹੱਥ ਜੋੜੋ ਯਾਤਰਾ ਵੀ ਸ਼ੁਰੂ ਕਰਨੀ ਹੈ। ਇਹ ਵੀ ਗੱਲਾਂ ਚੱਲਦੀਆਂ ਪਈਆਂ ਨੇ ਤੇ ਪੰਜਾਬ ਦੇ ਵਿੱਚ ਕਹਿੰਦੇ ਨੇ ਬੀਜੇਪੀ ਦਾ ਪਰਿਵਾਰ ਵੀ ਵੱਡਾ ਹੁੰਦਾ ਪਿਆ, ਨੇਤਾ ਟੁੱਟ ਕੇ ਬੀਜੇਪੀ ਦੇ ਵਿੱਚ ਸ਼ਾਮਿਲ ਹੁੰਦੇ ਪਏ ਨੇ। ਪੰਜਾਬ ਦਾ ਇਹ ਆਲਮ ਬਣਿਆ ਹੋਇਆ ਹੈ। ਸੋ ਕੁੱਲ ਮਿਲਾ ਕੇ ਕੀ ਸਥਿਤੀ ਬਣੀ ਹੋਈ ਹੈ ਔਰ ਇਸ ਵਕਤ ਭਾਰਤ ਦੇ ਨਾਗਰਿਕਾਂ ਦਾ ਕੀ ਫਰਜ਼ ਬਣਦਾ ਹੈ? ਮਨਜੀਤ ਜੀ ਦੇਖੋ, ਇੱਕ ਪਤਾ ਕੀ ਗੱਲ ਹੈ, ਸਾਡੇ ਮਨ ਵਿੱਚ ਸਾਰਿਆਂ ਨੇ ਹੀ ਇਹ ਬਣਾ ਲਿਆ ਆ ਕਿ ਵੋਟਾਂ ਪਾਉਣ ਦੇ ਨਾਲ ਡੈਮੋਕ੍ਰੇਸੀ ਆ ਜਾਂਦੀ ਹੈ ਜੀ। ਇਹ ਬੜੀ ਸਾਡੀ ਊਣਤਾਈਆਂ ਭਰੀ ਇਹ ਇੱਕ ਇੰਪ੍ਰੈਸ਼ਨ ਹੈਗਾ ਡੈਮੋਕ੍ਰੇਸੀ ਬਾਰੇ। ਡੈਮੋਕ੍ਰੇਸੀ ਦਾ ਅਸਲੀ ਮਾਨੇ ਹੈ ਕਿ ਪਹਿਲਾਂ ਜਿਹੜੇ ਵੋਟਰ ਹੈ ਉਹਨਾਂ ਸਾਰਿਆਂ ਦਾ ਇੱਕ ਮਿਨੀਮਮ ਲੈਵਲ ਆਫ ਅੰਡਰਸਟੈਂਡਿੰਗ ਚੀਜ਼ਾਂ ਪ੍ਰਤੀ ਹੋਵੇ। ਹਾਲਾਂਕਿ ਆਈਡੀਅਲੀ ਕਿਤੇ ਨਹੀਂ ਇਹ ਹੁੰਦਾ, ਪਰ ਘੱਟੋ ਘੱਟ ਸਾਡੇ ਦੇਸ਼ ਦੇ ਅੰਦਰ ਯੂਨੀਵਰਸਲ ਲਿਟਰੇਸੀ ਤੇ ਹੋਵੇ ਵੀ ਸਾਡੇ ਕੋਲ ਘੱਟੋ ਘੱਟ ਹਰ ਬੰਦਾ ਕਿਸੇ ਵੀ ਦੇਸ਼ ਚ, ਟੁੱਟੇ ਤੋਂ ਟੁੱਟੇ ਦੇਸ਼ ਚ ਚਲੇ ਜਾਓ, ਬਥੇਰਾ ਹੁਣ ਪੜ੍ਹਾਈ ਦਾ ਤੇ ਹੋ ਹੀ ਰਿਹਾ ਆ। ਯੂਰਪ ਦੇ ਵਿੱਚ ਇਹ ਥੋੜੀ ਹੈ ਕਿ ਤੁਸੀਂ ਅਨਪੜ੍ਹ ਰਹਿ ਕੇ ਤੇ ਤੁਸੀਂ ਉੱਥੇ ਜੀ ਸਕੋਗੇ, ਬਿਲਕੁਲ ਨਹੀਂ ਜੀ ਸਕਦੇ, ਕਿਉਂਕਿ ਹਰ ਚੀਜ਼ 'ਚ ਤੁਹਾਨੂੰ ਫੋਨ ਦੇ ਉੱਤੇ ਸਾਰੀ ਗੱਲ ਚੱਲਣੀ ਹੈ, ਸਾਰਾ ਪੜ੍ਹਨਾ ਪੈਣਾ। ਸਾਡੇ ਦੇਸ਼ ਅੰਦਰ ਅਜੇ ਵੀ ਚੌਥਾ ਹਿੱਸਾ ਬੰਦਾ ਅਨਪੜ੍ਹ ਹੀ ਸਮਝੋ ਤੁਸੀਂ। ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਅਖਬਾਰ ਨਹੀਂ ਪੜ੍ਹਨੀ, ਹੋਰ ਦੁਨੀਆ ਨੂੰ ਜਾਣਨਾ ਨਹੀਂ, ਉਹ ਇਹਨਾਂ ਲੀਡਰਾਂ ਨੂੰ ਤੇ ਇਹਨਾਂ ਪਾਰਟੀਆਂ ਨੂੰ ਪਿੱਛੋਂ ਕਿਵੇਂ ਦਬਾ ਦੇ ਥੱਲੇ ਸੇਧ ਵਿੱਚ ਰੱਖਣਗੇ, ਇਹ ਤੇ ਬੜਾ ਔਖਾ। ਇਹੀ ਕਾਰਨ ਆ ਕਿ ਇਹਨਾਂ ਸਾਰੇ ਲੋਕਾਂ ਨੂੰ ਉਹ ਸ਼ੋਅ ਦੇ ਤੇ ਜਾਂ ਇੰਝ ਸਮਝ ਲਓ ਗਰੀਬੜੇ ਜਿਹੜੇ ਇੱਕ ਮਾੜੇ ਜਿਹੇ ਛਿੱਲੜ ਤੇ ਵਿਕ ਸਕਦੇ ਆ, ਇੱਕ ਸਾੜੀ ਦੇਣ ਤੇ ਵੀ ਪ੍ਰਭਾਵਿਤ ਹੋ ਸਕਦੇ ਆ, ਇਸ ਕਿਸਮ ਦਾ ਸਾਡੇ ਦੇਸ਼ ਦੇ ਵਿੱਚ ਇੱਕ ਜਿਹਨੂੰ ਰਿਉੜੀਆਂ ਵੰਡਣਾ ਕਹਿੰਦੇ ਆ, ਸਾਡੇ ਪੰਜਾਬ ਦੇ ਅੰਦਰ ਅਸੀਂ ਤੇ ਆਪਣੇ ਆਪ ਨੂੰ ਐਡਵਾਂਸ ਤੇ ਬੜੇ ਸਿਆਣੇ ਸਮਝਦੇ ਆ, ਤੇ ਬੀਬੀਆਂ ਨੇ ਕਿਵੇਂ ਵੋਟਾਂ ਪਾਈਆਂ? 1000 ਰੁਪਇਆ ਮਿਲਣਾ, ਉਹ ਕਈਆਂ ਨੇ ਤੇ ਵਿਚਾਰੀਆਂ ਨੇ ਸੂਟ ਖਰੀਦ ਲਏ ਆ, ਕੇਜਰੀਵਾਲ ਨੇ ਪੈਸੇ ਨਹੀਂ ਦਿੱਤੇ ਅਜੇ। ਉਹ ਦੁਕਾਨਦਾਰ ਉੱਥੇ ਤੰਗ ਕਰਦੇ ਹੋਣੇ ਆ ਵੀ ਤੁਸੀਂ ਸੂਟ ਲੈ ਗਏ ਸੀ। ਬੀਬੀ ਹੁਣ ਕੀ ਕਵੇ ਕਿ ਮੈਨੂੰ, ਮੈਂ ਤੇ ਕੇਜਰੀਵਾਲ ਦਾ ਰਾਹ ਡਿੱਕੀ ਜਾਂਦੀ ਆ। ਅੱਗੇ ਮੋਦੀ ਨੇ 15 ਲੱਖ ਦੇਣੇ ਸੀ, ਹੁਣ ਇਹਨਾਂ ਨੇ ਸਾਲ ਦੇ 12,000 ਦੇਣੇ ਸੀ, ਉਹ ਪਤਾ ਨਹੀਂ ਚੈੱਕ ਕਦੋਂ ਜਾਣਾ। ਸਾਰੀਆਂ ਬੀਬੀਆਂ ਪੰਜਾਬ ਦੀਆਂ ਨੂੰ 18 ਸਾਲ ਤੋਂ ਉੱਪਰ ਵਾਲੀਆਂ ਨੂੰ ਮਿਲਣੇ। ਇਹ ਤਰੀਕੇ ਤੇ ਦੇਖੋ ਤੁਸੀਂ, ਇਹ ਡੈਮੋਕ੍ਰੇਸੀ ਦੇ ਤਰੀਕੇ ਆ। ਤੁਸੀਂ ਕਿਸੇ ਵੀ ਜਿੱਥੇ ਮਾੜੀ ਮੋਟੀ ਡੈਮੋਕ੍ਰੇਸੀ ਚੱਲ ਰਹੀ ਹੈ ਉਹਨਾਂ ਦੇਸ਼ ਦੇ ਵਿੱਚ ਇਹੋ ਜਿਹੀਆਂ ਸਿੱਧੀਆਂ ਸਿੱਧੀਆਂ ਤੁਸੀਂ ਲੋਲੀਪੌਪ ਦੇ ਕੇ, ਇਹ ਤੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਲੋਕਾਂ ਦੇ ਹਾਰਡ ਪੇ ਜਿਹੜੇ ਪੇਡ ਮਨੀ ਦੇ ਵਿੱਚੋਂ, ਟੈਕਸ ਪੇਡ ਦੇ ਮਨੀ ਜਿਹੜਾ ਆ, ਉਹਦੇ ਵਿੱਚੋਂ ਬਰਾਈਬਰੀ ਹੈ, ਵੱਡੀ ਦੇਣ ਵਾਲੀ ਗੱਲ ਹੈ, ਲਾਲਚ ਦੇਣ ਵਾਲੀ ਗੱਲ ਹੈ, ਲੋਭ ਦੇਣ ਵਾਲੀ ਗੱਲ ਹੈ। ਕੇਜਰੀਵਾਲ ਆਪਣੇ ਪੈਸੇ ਦੇਵੇ, ਜਿੰਨੇ ਮਰਜ਼ੀ ਦੇਵੇ, ਪਾਰਟੀ ਦੇ ਕਿਸੇ ਨੂੰ ਕੀ ਦਿੱਕਤ ਆ? ਦੇਵੇ, ਵੰਡੇ ਲੋਕਾਂ ਨੂੰ, ਪਿਆ ਮੈਂ ਤੁਹਾਨੂੰ ਗਿਫਟ ਦੇ ਰਿਹਾ ਤੇ ਮੇਰੀ ਪਾਰਟੀ ਦਾ ਪੈਸਾ, ਮੈਨੂੰ ਕੋਈ ਫੰਡ ਆਇਆ ਸੀ, ਮੈਂ ਤੁਹਾਨੂੰ ਦੇ ਰਿਹਾ ਤੇ ਤੁਸੀਂ ਵੋਟ ਸਾਨੂੰ ਪਾਇਓ, ਜੇ ਅਸੀਂ ਸਰਕਾਰ 'ਚ ਆ ਗਏ ਤੇ ਤੁਹਾਡੇ ਹੋਰ ਵੀ ਫਾਇਦੇ ਕਰਾਂਗੇ। ਗੱਲ ਸਮਝ ਪੈਂਦੀ ਹੈ। ਪਰ ਤੁਸੀਂ ਇਹ ਲਾਲਚ ਕਿਵੇਂ ਦੇ ਸਕਦੇ ਆ ਤੁਸੀਂ ਕਿ ਤੁਹਾਨੂੰ ਫ੍ਰੀ ਬਿਜਲੀ ਦੇਵਾਂਗੇ? ਕਿਉਂ ਬਈ ਇਹ ਮੁਫਤ ਦਾ ਮਾਲ ਹੈ? ਉਹ ਦੇਤੀ ਆ। ਹੁਣ ਸਾਰਾ ਸੰਕਟ ਅਜੇ ਗਰਮੀ ਹੁਣ ਤੋਂ ਹੀ ਸ਼ੁਰੂ ਹੋ ਗਈ ਆ, ਦੇਖ ਲਿਓ ਕੀ ਇੱਥੇ ਪਟਾਕੇ ਪੈਣੇ ਆ। ਮੇਰੀ ਅੱਜ ਗੱਲ ਯਾਦ ਰੱਖਿਓ, 6 ਮਹੀਨਿਆਂ ਬਾਅਦ ਬਾਂ ਨਾ ਇੱਥੇ ਹੋ ਗਈ ਸਾਰਿਆਂ ਦੀ, ਮਹਿਕਮੇ ਦੀ ਤੇ ਵਿੱਚੇ ਸਾਰਿਆਂ ਦੀ। ਇਸ ਲਈ ਮੇਰਾ ਜਸ ਖੰਨਾ ਜੀ, ਓਵਰਆਲ ਮੇਰਾ ਇਹ ਕਹਿਣਾ ਆ ਕਿ ਸਾਡੇ ਇੱਕ ਆਦਤਾਂ, ਇੱਕ ਤੇ ਸਾਡੇ ਲੋਕ ਜਿਹੜੇ ਵੋਟਰ ਹੈਗੇ ਆ ਉਹ ਬਹੁਤ ਕਮਜ਼ੋਰ ਆ। ਉਹ ਬਹੁਤ ਅਜੇ ਵੀ ਡੈਮੋਕ੍ਰੇਸੀ ਦੀ ਅਸਲ ਮਾਨਿਆਂ ਤੋਂ ਪਛੜ ਗਏ ਹੋਏ ਆ। ਹਾਂਜੀ, ਚੰਗੇ ਭਲੇ ਬੰਦੇ ਵੀ ਇਹੋ ਹੀ ਸਮਝਦੇ ਆ ਕਿ ਦੇਖੋ ਜੀ ਵੋਟਾਂ ਪੈ ਗਈਆਂ, ਹੋਰ ਕੀ ਆ, ਦੇਖੋ ਜਿਹੜਾ ਮੈਜੋਰਟੀ 'ਚ ਆ ਗਿਆ ਉਹ ਆ ਗਿਆ। ਇਸ ਤਰ੍ਹਾਂ ਨਹੀਂ ਹੁੰਦਾ ਹੈ। ਵੋਟ ਤੋਂ ਬਾਅਦ ਲਗਾਤਾਰ ਉਹਨਾਂ ਚੀਜ਼ਾਂ ਨੂੰ ਤੁਸੀਂ ਜਿਸ ਤਰ੍ਹਾਂ ਬਾਗ ਲਾ ਦਿਓ ਤੇ ਬਾਗ ਇੱਕ ਵਾਰੀ ਬੂਟੇ ਲਾ ਕੇ ਤੇ ਮਗਰ ਉਹਨਾਂ ਨੂੰ ਪਾਣੀ ਨਹੀਂ ਦਿਓਗੇ, ਉਹਨਾਂ ਨੂੰ ਛਾਂਗੋਗੇ, ਸਪਰੇਅ ਕਰੋਗੇ, ਜਿੱਥੇ ਜਿੱਥੇ ਲੋੜ ਸਾਰਾ ਕੁਝ ਧਿਆਨ ਦਿਓ, ਤਾਂ ਹੀ ਫਲ ਲੱਗੂਗਾ। ਇਹ ਥੋੜੀ ਕਿ ਇੱਕ ਵਾਰੀ ਬੂਟੇ ਕੱਢ ਕੇ ਆ ਜਾਓਗੇ ਤੁਸੀਂ, ਵੋਟ ਇੱਕ ਵਾਰੀ ਪਾ ਕੇ ਆ ਗਏ ਬਕਸੇ 'ਚ, ਬਸ ਕੰਮ ਹੋ ਗਿਆ। ਇਸ ਤਰ੍ਹਾਂ ਨਹੀਂ ਹੁੰਦਾ ਹੈਗਾ। ਇਸ ਕਰਕੇ ਪੋਲੀਟੀਸ਼ੀਅਨ ਜਿਹੜੀ ਜਮਾਤ ਸਾਡੇ ਇੱਕ ਪੈਦਾ ਹੋ ਗਈ, ਉਹ ਇਹੋ ਜਿਹੀ ਹੋ ਗਈ ਕਿ ਜਿਹੜੀ ਐਕਚੁਅਲੀ ਐਂਟੀਥੈਟੀਕਲ ਟੂ ਡੈਮੋਕ੍ਰੇਸੀ, ਉਹ ਡੈਮੋਕ੍ਰੇਸੀ ਨੂੰ ਜੜ 'ਚ ਤੇਲ ਦੇਣ ਵਾਲੀ ਉਹੀ ਜਮਾਤ ਆ, ਖਤਮ ਕਰਨ ਵਾਲੀ ਇਸ ਨੂੰ, ਔਰ ਲਗਾਤਾਰ ਖਤਮ ਕਰਦੀ ਜਾ ਰਹੀ ਹੈ। ਔਰ ਸਭ ਤੋਂ ਵੱਡੀ ਸਪੀਡ ਜਿਹੜੀ ਉਹਨੂੰ ਖਤਮ ਕਰਨ ਵਾਲੀ ਜਿਹੜੀ ਮੋਹਰੀ ਤਾਕਤ ਆ, ਉਹ ਬੀਜੇਪੀ ਹੈ ਜੀ। ਬਿਲਕੁਲ। ਤੇ ਇਸ ਲਈ ਮੇਰਾ ਇੰਨਾ ਹੀ ਕਹਿਣਾ ਹੈਗਾ ਕਿ ਇਹ ਦੇਸ਼ ਦੀ ਚੰਗੀ ਕਿਸਮਤ ਹੋਊਗੀ ਕਿ ਜੇ ਕੋਈ ਅਲੱਗ-ਅਲੱਗ ਕਿਸਮ ਦੀਆਂ ਛੋਟੀਆਂ-ਛੋਟੀਆਂ ਸ਼ਕਤੀਆਂ ਇਕੱਠੀਆਂ ਹੋ ਕੇ, ਭਾਵੇਂ ਉਹ ਪੰਜਾਬ 'ਚ ਭਾਵੇਂ ਦੇਸ਼ ਵਿੱਚ, ਉਹ ਇੱਕ ਸਾਂਝਾ ਮੀਂਝਾ ਜਿਹਾ ਪਲੇਟਫਾਰਮ ਬਣਾ ਲੈਣ। ਕਿਉਂਕਿ
ਇਹ ਬੜਾ ਵੱਡਾ ਤੇ ਡਿਫਰੈਂਟ ਕਿਸਮ ਦਾ ਦੇਸ਼ ਹੈ, ਜਿੱਥੇ ਹਰ ਕਿਸਮ ਦੀ ਛੋਟੀ ਤੋਂ ਛੋਟੀ ਬਰਾਦਰੀ ਦੀ ਵੀ ਗੱਲ ਸੁਣੀ ਜਾਵੇ ਤੇ ਵੱਡੇ ਵੱਡੇ ਦੀ ਵੀ ਸੁਣੀ ਜਾਵੇ। ਪਰ ਜੇ ਹੁਣ ਵਾਂਗੂ ਹੀ ਏਕਾਧਿਕਾਰਵਾਦ ਦੀਆਂ ਸ਼ਕਤੀਆਂ ਨੇ ਆਪਣਾ ਦੰਦ ਨਾਉਂਦੇ ਫਿਰਨਾ, ਮੈਂ ਤੇ ਇਸ ਤਰ੍ਹਾਂ ਕਹੂੰਗਾ, ਬਿਲਕੁਲ ਦੰਦ ਨਾ ਰਹੇ। ਉਹਨਾਂ ਨੂੰ ਕੋਈ ਪਰਵਾਹ ਨਹੀਂ ਇਸ ਵੇਲੇ, ਜਿਹਨੂੰ ਮਰਜ਼ੀ ਠੋਕਦੇ ਆ, ਜਿਹਨੂੰ ਮਰਜ਼ੀ ਜਿੱਧਰ ਮਰਜ਼ੀ ਜੋ ਕਰਦੇ ਆ ਕਿ ਸਾਡੀ ਮਰਜ਼ੀ ਨਾਲ ਚੱਲੂਗਾ, ਇਹ ਦੇਸ਼ ਸਾਡੇ ਕਬਜ਼ੇ 'ਚ ਆ। ਇਹ ਜਿਹੜੀ ਇੱਕ ਆਦਤ ਤੇ ਸੋਚ ਭਾਰੂ ਹੋ ਗਈ ਹੈ, ਇਹ ਡੈਮੋਕ੍ਰੇਸੀ ਦਾ ਤੇ ਪ੍ਰੈਕਟੀਕਲੀ ਧਰਾਤਲ ਤੇ ਬਹੁਤ ਵੱਡਾ ਭੋਗ ਪੈ ਚੁੱਕਾ। ਬਿਲਕੁਲ ਠੀਕ ਹੈ ਮਨਜੀਤ ਜੀ, ਕਿਉਂਕਿ ਜਿਹੜੀ ਤੁਹਾਡੀ ਰਾਏ ਹੈ ਨਾ, ਐਗਜ਼ੈਕਟਲੀ ਸਾਰੇ ਮਾਹਿਰਾਂ ਦੀ ਰਾਏ ਇਹੀ ਹੈ, ਜਿਹੜੇ ਬਿਲਕੁਲ ਸੰਜੀਦਾ ਹੋ ਕੇ ਸੈਂਸਿਟਿਵ ਤਰੀਕੇ ਨਾਲ ਦੇਸ਼ ਬਾਰੇ ਸੋਚਦੇ ਨੇ, ਕੌਮ ਬਾਰੇ ਸੋਚਦੇ ਨੇ ਔਰ ਨਾਗਰਿਕਾਂ ਦੇ ਜੀਵਨ ਬਾਰੇ ਸੋਚਦੇ ਨੇ। ਅਸੀਂ ਇੱਕ ਗੱਲ ਕਰਦੇ ਹਾਂ ਕਿ ਜਿੱਦਾਂ ਤੁਸੀਂ ਕਿਹਾ ਕਿ ਇਹ ਓਪੋਜੀਸ਼ਨਸ ਇਕੱਠੀਆਂ ਹੋ ਕੇ ਇੱਕ ਚੈਲੰਜ ਦੇ ਸਕਦੀਆਂ ਨੇ, ਤੁਹਾਨੂੰ ਲੱਗਦਾ ਹੈ ਕਿ ਇਦਾਂ ਦਾ ਮਾਹੌਲ ਬਣਦਾ ਪਿਆ? ਕਿਉਂਕਿ ਜਿੱਦਾਂ ਬੀਜੇਪੀ ਬਿਲਕੁਲ ਇਹ ਗੱਲ ਕਹਿ ਰਹੀ ਹੈ, ਉਹਨਾਂ ਦੇ ਖੇਮੇ ਵਿੱਚੋਂ ਇਹ ਗੱਲ ਆ ਰਹੀ ਹੈ ਕਿ ਕੋਈ ਮੁਕਾਬਲਾ ਨਹੀਂ ਹੈ ਬੀਜੇਪੀ ਦਾ, ਕੋਈ ਕੰਪੀਟੀਸ਼ਨ ਨਹੀਂ ਹੈ, ਅਸੀਂ ਵਿਨਰ ਹੋਣਾ ਹੀ ਹੋਣਾ ਤੇ ਮੋਦੀ ਸਾਹਿਬ ਨੇ ਪ੍ਰਾਈਮ ਮਿਨਿਸਟਰ ਹੋਣਾ ਹੀ ਹੋਣਾ। 2024 ਦੀਆਂ ਇਲੈਕਸ਼ਨਸ ਦਾ ਰਿਜ਼ਲਟ ਪਹਿਲਾਂ ਹੀ ਡਿਕਲੇਅਰ ਕਰਦੇ ਪਏ ਨੇ ਉਹਨਾਂ ਦੇ ਕਈ ਬੰਦੇ, ਜੋ ਉਹਨਾਂ ਦੇ ਵੱਲੋਂ ਆਵਾਜ਼ਾਂ ਆਉਂਦੀਆਂ ਨੇ। ਤੁਹਾਨੂੰ ਲੱਗਦਾ ਕਿ ਓਪੋਜੀਸ਼ਨ ਬਿਲਕੁਲ ਸਟਰੋਂਗ ਨਹੀਂ ਹੋ ਸਕੇਗੀ, ਭਾਵੇਂ ਮਿਲ ਕੇ ਹੋਣ ਕਈ ਪਾਰਟੀਆਂ, ਉਹਨਾਂ ਨੂੰ ਕੋਈ ਚੈਲੰਜ ਨਹੀਂ ਦੇ ਸਕੇਗਾ? ਕਿਉਂਕਿ ਫਿਰ ਤੇ ਡੈਮੋਕ੍ਰੇਸੀ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੇ ਓਪੋਜੀਸ਼ਨ ਸਟਰੋਂਗ ਨਹੀਂ ਹੈ। ਨਹੀਂ ਸੰਜੀਵ ਜੀ, ਉਹ ਡਰੇ ਹੋਏ ਕਹਿ ਰਹੇ ਆ ਵੀ ਸਾਨੂੰ ਕੋਈ ਨਹੀਂ। ਜਦੋਂ ਬਹੁਤ ਬੰਦਾ ਡਰ ਜਾਏ ਨਾ, ਉਦੋਂ ਕਹਿੰਦਾ ਹੁੰਦਾ ਮੇਰੇ ਨਾਲੋਂ ਕੋਈ ਤਕੜਾ ਨਹੀਂ। ਉਹ ਅੰਦਰੋਂ ਕਾਫੀ ਹਿੱਲੇ ਆ, ਕੋਈ ਇਹੋ ਜਿਹਾ ਉਹਨਾਂ ਲਈ ਕੇਕ ਵਾਕ ਨਹੀਂ ਹੈ। ਇਹ ਗੱਲ ਮੰਨ ਕੇ ਚੱਲੋ, ਕੇਕ ਵਾਕ ਨਹੀਂ ਹੈ। ਪਰ ਇਹ ਵੀ ਗੱਲ ਨਾਲ ਇਹ ਠੀਕ ਆ ਕਿ ਜੇ ਅਪੋਜੀਸ਼ਨ ਆਪਣਾ, ਕਿਉਂਕਿ ਦੇਖੋ ਸਾਰਿਆਂ ਨੇ ਬੁਰੀਆਂ ਹੀ ਆਦਤਾਂ ਪਾਈਆਂ ਨਾ ਆਪਣੇ ਆਪ ਨੂੰ। ਜੇ ਕਿਤੇ ਮੋਰਲੀ ਅਪਰਾਈਟ ਪੋਲਿਟਿਕਸ ਕਿਤੇ ਹੁੰਦੀ, ਦੇਖੋ ਇਹਨਾਂ ਬੰਦਿਆਂ ਨੂੰ, ਜੇ ਮੇਰੇ ਮਨ ਵਿੱਚ ਹੈ ਕਿ ਜੇ ਲਾਲੂ ਅੱਜ ਸਿਹਤ ਉਹਦੀ ਠੀਕ ਹੁੰਦੀ ਤੇ ਉਹਨੇ ਵੱਡੀ ਚੁਣੌਤੀ ਦੇਣੀ ਸੀ। ਉਹ ਇਹਨਾਂ ਦੀ ਪਕੜ 'ਚ ਨਹੀਂ ਸੀ ਆਉਂਦਾ ਜੀ। ਹੋਰ ਵੱਡੇ ਲੀਡਰ ਸਾਡੇ ਕੋਲ ਕਮੀ ਨਹੀਂ ਹੈਗੀ, ਵਿੱਚੋਂ ਹੀ ਲੀਡਰ ਨਿਕਲ ਆਉਂਦੇ ਆ। ਜਨਤਾ ਪਾਰਟੀ ਵੇਲੇ ਕੀ ਹੋਇਆ ਸੀਗਾ ਵੀ ਕੋਈ ਇਸ ਤਰ੍ਹਾਂ ਕੋਈ ਇੱਕ ਐਸਟੈਬਲਿਸ਼ ਲੀਡਰ ਨੇ ਥੋੜੀ ਲੀਡਰ, ਲੋਕਾਂ ਨੇ ਇਹ ਫੈਸਲਾ ਕਰ ਲਿਆ ਵੀ ਇਹਨੂੰ ਨਹੀਂ ਛੱਡਣਾ, ਇੰਦਰਾ ਗਾਂਧੀ ਨੂੰ, ਬਾਕੀ ਜਿਹੜਾ ਮਰਜ਼ੀ ਆ ਜਾਓ, ਬਾਅਦ 'ਚ ਜੋ ਮਰਜ਼ੀ ਹੋਵੇ ਉਹ ਗੱਲ ਵੇਖੀ ਜਾਊਗੀ। ਇਸ ਵੇਲੇ ਵਿਰੋਧੀ ਪਾਰਟੀਆਂ ਇੱਕ ਵੱਡਾ ਮਹਾਜ ਬਣ ਗਈਆਂ, ਕਿਉਂਕਿ ਜਿਸ ਕਿਸਮ ਦੀ ਤਾਨਾਸ਼ਾਹੀ ਤੇ ਦਾਦਾਗਿਰੀ ਚੱਲ ਰਹੀ ਹੈ ਕਿ ਜਿਹਦੇ ਮਰਜ਼ੀ ਘਰ ਢਾਹ ਦਿਓ, ਜਿਹਨੂੰ ਮਰਜ਼ੀ ਚੱਕ ਲਓ, ਜਿਹਦੇ ਮਰਜ਼ੀ ਈਡੀ ਛੱਡ ਦਿਓ। ਮੈਂ ਤੁਹਾਨੂੰ ਤੇ ਅੰਕੜੇ ਦੇ ਕੇ ਦੱਸਿਆ ਕਿ ਜੇ ਤੇ ਲੋਕ ਦੇਸ਼ ਛੱਡ ਕੇ ਵੱਡੇ ਪੱਧਰ ਤੇ ਭੱਜ ਰਹੇ ਹੋਣ। 2.25 ਲੱਖ ਲੋਕ ਇੱਕ ਸਾਲ ਦੇ ਅੰਦਰ ਸਭ ਤੋਂ ਹਾਈਐਸਟ ਆਰਡਰ ਦਾ ਡੇਟਾ ਹੈ। ਪਿਛਲੇ 2 ਸਾਲ ਸਭ ਤੋਂ ਵੱਧ ਸਪੀਡ ਹੋਈ ਹੈ 21 ਤੇ 22 ਦੇ ਵਿੱਚ। ਇੱਕ ਕੱਲ ਦੇ ਅੰਕੜੇ ਇੱਕ ਨੈਸ਼ਨਲ ਡੇਲੀ 'ਚ ਫਰੰਟ ਪੇਜ ਤੇ ਵੱਡੀ ਖਬਰ 'ਚ ਛਪੇ ਹੋਏ ਆ। ਉਹਨਾਂ ਨੇ ਬਕਾਇਦਾ ਡਾਇਗ੍ਰਾਮਸ ਦੇ ਕੇ ਤੇ ਨਾਲ ਉਹਨਾਂ ਨੇ ਦੱਸਿਆ ਕਿ ਕਿਉਂ ਲੋਕ ਜਾ ਰਹੇ। ਤੇ ਕਹਿਣ ਦਾ ਮੇਰਾ ਮਤਲਬ ਤੇ ਇੰਨਾ ਹੀ ਹੈਗਾ ਸੰਜੀਵ ਜੀ, ਕਿ ਜੇ ਸੱਚੀ ਮੁੱਚੀ ਇੱਥੇ ਅਸੀਂ ਚਾਹੁੰਦੇ ਹਾਂ ਕਿ ਦੇਸ਼ ਦਾ ਵਿਕਾਸ ਹੋਏ, ਸਾਡੇ ਡੈਮੋਕ੍ਰੇਸੀ ਮਜ਼ਬੂਤ ਹੋਏ, ਮੇਰਾ ਡੈਮੋਕ੍ਰੇਸੀ ਨਾਲ ਕੋਈ ਡੈਮੋਕ੍ਰੇਸੀ ਇਹੋ ਜਿਹਾ ਥੋੜੀ ਆ ਕਿ ਕੋਈ ਗਲ ਦੇ ਵਿੱਚ ਕੋਟ ਪਾ ਕੇ ਤੇ ਤੁਸੀਂ ਤੁਰੇ ਫਿਰਨਾ ਲੋਕਾਂ ਨੂੰ ਦਿਖਾਉਣਾ ਕਿ ਆ ਮੇਰੇ ਕੋਲ ਕਿੰਨਾ ਸੋਹਣਾ ਕੋਟ। ਇਹੋ ਜੀ ਕੋਈ ਗੱਲ ਨਹੀਂ। ਡੈਮੋਕ੍ਰੇਸੀ ਦਾ ਅਸਲੀ ਮਤਲਬ ਇਹ ਹੈ ਕਿ ਜੋ ਕਲੈਕਟਿਵ ਰਿਸੋਰਸਿਸ ਹੈਗੇ ਸਾਡੇ, ਉਹ ਕੀ ਥੱਲੇ ਬੰਦੇ ਤੱਕ, ਲਾਸਟ ਬੰਦੇ ਤੱਕ ਉਹਦਾ ਹਿੱਸਾ ਉਹਨੂੰ ਮਿਲ ਰਿਹਾ, ਜਦ ਕਿ ਉਹਨੂੰ ਦੂਜਿਆਂ ਨਾਲੋਂ ਜ਼ਿਆਦਾ ਮਿਲਣਾ ਚਾਹੀਦਾ। ਜਿਹੜਾ ਅੱਜ ਦੀ ਤਰੀਕ 'ਚ ਉਹਦੀ ਜੇਬ ਕੱਟ ਕੇ ਕਿਤੇ ਹੋਰ ਜਾ ਰਿਹਾ, ਅਡਾਨੀਆਂ ਬਾਨੀਆਂ। ਦੂਜਾ, ਕੀ ਆਮ ਬੰਦਾ ਖੁੱਲ ਕੇ ਇਸ ਦੇਸ਼ ਦੇ ਵਿੱਚ ਆਪਣੀ ਆਵਾਜ਼ ਜਿੱਥੇ ਉਹ ਸੁਣਾਉਣੀ ਚਾਹੁੰਦਾ ਉਹ ਪਹੁੰਚਾ ਸਕਦਾ? ਇਹ ਦੋ ਹੀ ਗੱਲਾਂ ਆ ਮੁੱਖ ਤੌਰ ਤੇ। ਬਿਲਕੁਲ ਸਰ। ਜੇ ਉਹ ਤੁਹਾਨੂੰ ਦੋਵੇਂ ਹੀ ਐਬਸੈਂਟ ਲੱਗਦੀਆਂ ਤਾਂ ਫਿਰ ਇਹ ਡੈਮੋਕ੍ਰੇਸੀ ਦਾ ਟਿਕਾਉਂ ਜਿਹਾ ਹੈਗਾ, ਡੈਮੋਕ੍ਰੇਸੀ ਹੈ ਨਹੀਂ। ਉਹਨੂੰ ਟਾਈਮ ਲੱਗੂਗਾ। ਉਹਦੇ ਲਈ ਸਾਨੂੰ ਵੋਟਰ ਤੇ ਆਮ ਸਿਟੀਜ਼ਨ ਨੂੰ ਤਕੜਾ ਵੀ ਕਰਨਾ ਪਊਗਾ। ਔਰ ਵਿਰੋਧੀ ਪਾਰਟੀਆਂ ਬਿਲਕੁਲ, ਇਹ ਜਿਹੜਾ ਤੁਹਾਡਾ ਸਵਾਲ ਆ ਤੇ ਚਿੰਤਾ ਵੀ ਹੋ ਸਕਦੀ ਤੁਹਾਡੀ ਕਿ ਕੀ ਬਣੂਗਾ, ਉਹ ਜ਼ਰੂਰ ਸੋਚ ਰਹੀਆਂ। ਦੇਖੋ ਹੁਣ ਮੈਂ ਗਿਣ ਕੇ ਵੀ ਦੱਸ ਸਕਦਾ ਆ ਕਿ ਮਹਾਰਾਸ਼ਟਰ 'ਚ ਇਹਨਾਂ ਨੂੰ ਇਹਦਾ ਖਾਣਾ ਤੇ ਪਊਗਾ ਹੀ, ਜੋ ਇਹਦਾ ਖਮਿਆਜਾ ਤੇ ਭੁਗਤਣਾ ਹੀ ਪਊਗਾ। ਤਾਮਿਲਨਾਡੂ 'ਚ ਬਿਲਕੁਲ ਸਟਾਲਿਨ ਨੂੰ ਲਲਕਾਰਦਾ ਫਿਰਦਾ। ਇਸ ਤਰ੍ਹਾਂ ਹੀ ਕੇਰਲਾ ਦੇ ਵਿੱਚ ਵੀ ਠੀਕ ਆ। ਹੁਣ ਤਿੰਨਾਂ ਜਿਹੜੀਆਂ ਸੂਬੇ ਛੋਟੇ ਬਹੁਤ ਹੀ ਛੋਟੇ ਸੂਬੇ ਆ, ਉਹ ਅਸਾਮ ਦਾ ਕੱਲਾ ਜ਼ਿਲ੍ਹਾ ਹੁੰਦਾ ਸੀ, ਬਾਅਦ ਵਿੱਚ ਸੂਬੇ ਬਣ ਗਏ ਉਹ। ਤੇ ਉੱਥੇ ਉਹਨਾਂ ਦਾ ਤੁਹਾਨੂੰ ਰਿਜ਼ਲਟ ਜਦੋਂ ਆਉਣਗੇ ਉਹ ਤੋਂ ਵੀ ਮਾੜਾ ਮੋਟਾ ਅੰਦਾਜ਼ਾ, ਹਾਲਾਂਕਿ ਉਹ ਬਹੁਤ ਟੈਂਟੇਟਿਵ ਹੋਊਗਾ। ਤੇ 9 ਸੂਬਿਆਂ ਦੀਆਂ ਚੋਣਾਂ ਹੋਣੀਆਂ ਐਸੇ ਸਾਲ ਦੇ ਅੰਦਰ ਅਲੱਗ-ਅਲੱਗ ਦਾ। ਤੇ ਉਦੋਂ ਤੋਂ ਤੁਹਾਨੂੰ ਅੰਦਾਜ਼ਾ ਲੱਗਣਾ ਸ਼ੁਰੂ ਹੋ ਜਾਊਗਾ ਕਿ ਸਾਡੀਆਂ ਜਿਹੜੀਆਂ ਵਿਰੋਧੀ ਪਾਰਟੀਆਂ, ਆਪੋਜੀਸ਼ਨ ਪਾਰਟੀਆਂ ਆ, ਨਾਨ ਬੀਜੇਪੀ, ਨਾਨ ਐਨਡੀਏ,
ਉਹ ਕਿਸ ਕਰਵਟ ਬੈਠਦੀਆਂ ਉੱਥੋਂ ਅੰਦਾਜ਼ਾ ਲਾ ਲਾਂਗੇ। ਪਰ ਇਹ ਲੋੜ ਬਹੁਤ ਜ਼ਿਆਦਾ ਆ ਕਿ ਇਸ ਵੇਲੇ ਕੋਈ ਵਿਕਲਪਿਕ ਰਾਜਨੀਤਿਕ ਸ਼ਕਤੀਆਂ ਇੱਥੇ ਆਉਣ। ਮੈਨੂੰ ਲੱਗਦਾ ਕਿ ਸਾਡੀ ਦੇਸ਼ ਦੀ ਚਿੰਤਾ ਇਕੱਲੀ ਸਾਡੀ ਆਪਣੀ ਹੀ ਚਿੰਤਾ ਨਹੀਂ, ਆਮ ਜਨਤਾ ਦੀ ਚਿੰਤਾ ਨਹੀਂ, ਥਿੰਕਰਸ ਦੀ ਹੀ ਚਿੰਤਾ ਨਹੀਂ, ਬਲਕਿ ਇਹ ਸਾਰੀ ਦੁਨੀਆ ਦੇ ਵਿੱਚ ਚਿੰਤਾ ਬਣੀ ਹੋਈ ਹੈ ਕਿ ਇੱਕ ਚੰਗੀ ਭਲੀ ਸੈਕੂਲਰ ਡੈਮੋਕ੍ਰੇਸੀ ਜੇ ਇੱਕ ਹਿੰਦੂ ਰਾਸ਼ਟਰ ਦੇ ਵਿੱਚ ਉਸ ਕਿਸਮ ਦੀ ਥਿਓਲੋਜੀਕਲ ਸਟੇਟ ਜਿਵੇਂ ਇਸਲਾਮਿਕ ਸਟੇਟਸ ਹੈਗੀਆਂ ਇਸ ਤਰ੍ਹਾਂ ਬਣਦੀ ਹੈ, ਤਾਂ ਫਿਰ ਇਹ ਦੇਸ਼ ਦੇ ਆਉਣ ਵਾਲੇ ਭਵਿੱਖ ਲਈ ਬਿਲਕੁਲ ਠੀਕ ਨਹੀਂ ਹੈ, ਇੱਕ ਖਤਰੇ ਦੀ ਘੰਟੀ ਹੈਗੀ। ਬਿਲਕੁਲ, ਨੇਪਾਲ ਦੇ ਵਿੱਚ ਵੀ ਇਹ ਗੱਲਾਂ ਸੀ ਨਾ ਕਿ ਹਿੰਦੂ ਰਾਸ਼ਟਰ, ਔਰ ਉਸੇ ਨਤੀਜਾ ਦੇਖਦੇ ਪਏ ਕਿਉਂਕਿ ਉੱਥੋਂ ਦੇ ਲੋਕ ਵੀ ਕਹਿੰਦੇ ਨੇ ਕਿ ਅਸੀਂ ਇਹਦਾ ਨਤੀਜਾ ਭੁਗਤ ਕੇ ਅੱਜ ਅਸੀਂ ਇੰਡੀਆ ਦੀ ਡੈਮੋਕ੍ਰੇਸੀ ਨੂੰ ਫੋਲੋ ਕਰਦੇ ਪਏ ਹਾਂ ਕਿ ਵੈਰਾਈਟੀ ਵਧੀਆ ਹੁੰਦੀ ਹੈ, ਇੱਕ ਰਾਸ਼ਟਰ ਨਹੀਂ ਬਲਕਿ ਸਭ ਦਾ ਸਾਂਝਾ ਰਾਸ਼ਟਰ, ਸੈਕੂਲਰਿਜ਼ਮ ਜਿਹਨੂੰ ਅਸੀਂ ਕਹਿੰਦੇ ਹਾਂ। ਔਰ ਸਾਡੀ ਜਿਹੜੀ ਸੰਸਕ੍ਰਿਤਿਕ ਪਹਿਚਾਣ ਹੈ ਪੂਰੀ ਦੁਨੀਆ ਦੇ ਵਿੱਚ ਉਹ ਇਹ ਹੈ ਕਿ ਅਸੀਂ ਸਭ ਨੂੰ ਸਵੀਕਾਰ ਕਰਦੇ ਹਾਂ, ਸਭ ਨੂੰ ਜਿਉਣ ਦਾ ਹੱਕ ਦਿੰਦੇ ਹਾਂ। ਇਸ ਕਰਕੇ ਜੋ ਸਾਡਾ ਸੰਵਿਧਾਨ ਹੈ ਉਹ ਸਾਨੂੰ ਆਧਾਰ ਦਿੰਦਾ, ਸਾਡੇ ਜੀਵਨ ਦਾ ਆਧਾਰ ਹੈ ਸਾਡੀ ਜੀਵਨ ਸ਼ੈਲੀ ਦਾ, ਕਿ ਸਭ ਨੂੰ ਬਰਾਬਰ ਦੇ ਮੌਕੇ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਨੇ, ਸਭ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ, ਸਭ ਨੂੰ ਇੱਜ਼ਤ ਵਾਲਾ ਜੀਵਨ ਮਿਲਣਾ ਚਾਹੀਦਾ ਜਿਹਦੇ ਵਿੱਚ ਸਾਰੀਆਂ ਸੁਵਿਧਾਵਾਂ ਹੋਣ, ਬੇਸਿਕ ਨੀਡਸ ਸਭ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਲਾਈਫ ਨੂੰ ਸਪੋਰਟ ਦਿੰਦੀਆਂ ਨੇ। ਸੋ ਅਸੀਂ ਚਾਹੁੰਦੇ ਹਾਂ ਕਿ ਵੈਲਫੇਅਰ ਆਫ ਸਟੇਟ ਜਿਹੜੇ ਸਾਡੇ ਕਨਸਟੀਟਿਊਸ਼ਨ ਦਾ ਮੋਟਿਵ ਹੈ, ਔਰ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਵੀ ਮੋਟਿਵ ਹੈ, ਕਿਸੇ ਵੀ ਪੋਲੀਟੀਕਲ ਸੈਟਅਪ ਦਾ ਇਹੀ ਮੋਟਿਵ ਹੈ, ਕਿਸੇ ਵੀ ਦੇਸ਼ ਦਾ ਇਹੀ ਮੋਟਿਵ ਹੈ ਕਿ ਸਾਰੇ ਸਿਟੀਜ਼ਨਸ ਦਾ ਭਲਾ ਹੋਵੇ, ਸਾਰੇ ਸਿਟੀਜ਼ਨਸ ਦਾ ਫਾਇਦਾ ਹੋਵੇ। ਜੇ ਇਸ ਸੋਚ ਨੂੰ ਲੈ ਕੇ ਚੱਲੀਏ ਤਾਂ ਬਹੁਤ ਵਧੀਆ ਰਹੇਗਾ। ਮਨਜੀਤ ਜੀ, ਕਨਕਲੂਡ ਕਰਦੇ ਹੋਏ ਕੁਝ 2-4 ਲਾਈਨਾਂ ਕਹਿਣਾ ਚਾਹੋਗੇ ਇਸ ਸਬਜੈਕਟ ਦੇ ਉੱਤੇ? ਬਿਲਕੁਲ, ਮੇਰਾ ਖਿਆਲ ਹੈ ਕਿ ਜਿੱਥੇ ਵੀ ਜੋ ਵੀ ਸਾਡਾ ਵੀਰ ਭੈਣ ਭਰਾ ਬੈਠਾ ਸਾਨੂੰ ਸੁਣਦਾ, ਉਹ ਸੁਣ ਕੇ ਹੀ ਮਗਰੋਂ ਉੱਥੇ ਹੀ ਕੰਨ ਵਲੇਟਣ ਦੀ ਲੋੜ ਨਹੀਂ ਹੈਗੀ, ਉਹਨਾਂ ਨੂੰ ਐਕਟਿਵ ਭੂਮਿਕਾ ਨਿਭਾਉਣੀ ਪਊਗੀ। ਕਿਉਂਕਿ ਕਈ ਵਾਰੀ ਕੀ ਕਰਦੇ ਆ ਕਿ ਚਲੋ ਯਾਰ, ਉਹ ਜਿਸ ਤਰ੍ਹਾਂ ਤੁਹਾਨੂੰ ਪਤਾ ਛੱਪੜ ਦੇ ਵਿੱਚ ਕਿਸੇ ਨੇ ਦੁੱਧ ਪਾਉਣ ਲਈ ਕਿਹਾ ਸੀ ਤੇ ਸਾਰਿਆਂ ਨੇ ਰਾਤ ਨੂੰ ਪਾਣੀ ਪਾਤਾ ਕਿ ਵੀ ਮੈਂ 1 ਲੋਟਾ ਪਾਣੀ ਪਾਣਾ, ਕਿਹੜਾ ਪਤਾ ਲੱਗਣਾ। ਸਵੇਰੇ ਦੇਖਿਆ ਉਹ ਸਾਰੇ ਦਾ ਸਾਰਾ ਹੀ ਤਲਾਬ ਜਿਹੜਾ ਪਾਣੀ ਨਾਲ ਭਰਿਆ, ਦੁੱਧ ਕਿਸੇ ਨੇ ਪਾਇਆ ਹੀ ਨਹੀਂ। ਇਹ ਜਿਹੜੀ ਸਾਡੀ ਆਦਤ ਹੈ ਨਾ ਸਾਂਝੇ ਚੁੱਲ੍ਹੇ ਦੇ ਵਿੱਚ ਵੀ ਚਲੋ ਉਹ ਬਾਲਣ ਪਾ ਦੂਗਾ, ਉਹ ਬਾਲਣ ਪਾ ਦੂ, ਮੈਂ ਤੇ ਜਾ ਕੇ ਰੋਟੀਆਂ ਹੀ ਲਾਉਣੀਆਂ, ਉਹ ਛੱਡ ਕੇ ਆਪਾਂ ਬਾਲਣ ਪਾਈਏ ਤੇ ਰੋਟੀਆਂ ਸਾਂਝੀਆਂ ਅਸੀਂ ਲਾਈਏ, ਤਾਂ ਹੀ ਇਹ ਸਾਡਾ ਕੰਮ ਚੱਲਣਾ। ਐਕਟਿਵ ਪਾਰਟਿਸਿਪੇਸ਼ਨ, ਐਕਟਿਵ ਰੋਲ ਭੂਮਿਕਾ ਨਿਭਾਉਣੀ ਪਊਗੀ, ਨਹੀਂ ਤੇ ਦੇਖੋ ਅਲਟੀਮੇਟਲੀ ਤੇ ਸਟੇਬਲਾਈਜੇਸ਼ਨ ਹੋ ਹੀ ਜਾਂਦੀ ਆ, ਤਬਾਹੀਆਂ ਹੁੰਦੀਆਂ ਹੀ ਆਪਾਂ ਇਤਿਹਾਸ ਦੇ ਵਿੱਚ ਦੇਖਿਆ, ਵਰਲਡ ਵਾਰ ਵੀ ਹੋਈਆਂ, ਫਿਰ ਪ੍ਰੋਸਪੈਰਿਟੀ ਆਈ, ਇੱਥੇ ਵੀ ਤਬਾਹੀ ਹੋਊਗੀ, ਫਿਰ ਲੋਕ ਪਨਪਣਗੇ। ਮੈਂ ਤੇ ਕੁਦਰਤ ਦੇ ਨਿਯਮਾਂ 'ਚ ਵਿਸ਼ਵਾਸ ਕਰਦਾ, ਉਹਦੇ 'ਚ ਕੋਈ ਘਬਰਾਉਣ ਵਾਲੀ ਗੱਲ ਨਹੀਂ, ਪਰ ਜਿੰਨਾ ਕੁ ਅਸੀਂ ਇੱਕ ਮਾਨਵਤਾ ਜਿਹੜੀ ਮਾਨਵਵਾਦੀ ਸੋਚ ਦੇ ਨਾਲ ਅਸੀਂ ਖੁਦ ਆਪਣੀ ਇੰਟਰਵੈਂਸ਼ਨ ਕਰ ਸਕਦੇ ਹਾਂ ਤੇ ਉਸ ਨੂੰ ਸਹੀ ਬਲੱਡ ਸ਼ੈਡ ਜਾਂ ਕਿਸੇ ਕਿਸਮ ਦੀ ਵੀ ਸਿਵਲ ਡਿਸਟਰਬੈਂਸ ਤੋਂ ਦੇਸ਼ ਨੂੰ ਬਚਾ ਸਕਦੇ ਹਾਂ, ਤਾਂ ਉਹ ਇੱਕ ਸਾਡੀ ਵੱਡੀ ਜਿੱਤ ਹੋਊਗੀ। ਉਹਦੇ ਬਾਰੇ ਸਾਨੂੰ ਸਾਰਿਆਂ ਨੂੰ ਐਕਟਿਵ ਭੂਮਿਕਾ ਨਿਭਾਉਣੀ ਚਾਹੀਦੀ। ਬਿਲਕੁਲ, ਐਕਟਿਵ ਸਿਟੀਜ਼ਨ ਬਣ ਕੇ, ਜਾਗਰੂਕ ਨਾਗਰਿਕ ਬਣ ਕੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸੋ ਮਨਜੀਤ ਜੀ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਇਸ ਸਬਜੈਕਟ ਦੇ ਉੱਤੇ ਤੁਸੀਂ ਸਾਨੂੰ, ਸਾਡੇ ਦਰਸ਼ਕਾਂ ਨੂੰ ਐਨਲਾਈਟਨ ਕੀਤਾ। ਥੈਂਕ ਯੂ ਸੋ ਮਚ। ਬਹੁਤ-ਬਹੁਤ ਧੰਨਵਾਦ ਜੀ। ਗੁਜ਼ਾਰਿਸ਼ ਹੈ ਸਾਨੂੰ ਦਰਸ਼ਕ ਆਪਣੇ ਵਿਚਾਰ ਜ਼ਰੂਰ ਇਨਬਾਕਸ ਕਰਨ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰਨ। ਸਤਿ ਸ਼੍ਰੀ ਅਕਾਲ।